ਇੱਕ ਤਾਂ ਸਰਕਾਰ ਨੂੰ ਇਹ ਹੋਣਾ ਪਏ ਜੇ ਆਪਾਂ ਇਹਦੀ ਗਿਣਤੀ ਪੂਰੀ ਦੀ ਪੂਰੀ ਦੱਸ ਦਈਏ ਤੇ ਇਹਦੇ ਨਾਲ ਦਹਿਸ਼ਤ ਬਹੁਤ ਫੈਲ ਜਾਣੀ। ਦੁਨੀਆ 'ਚ ਡਰ ਦੇਸ਼ ਵਾਸੀਆਂ 'ਚ ਪੂਰੇ ਇੰਡੀਆ 'ਚ ਇੰਨਾ ਕੁ ਫੈਲ ਜਾਣਾ ਵੀ ਉਹ ਪਤਾ ਨਹੀਂ ਹੁੰਦਾ ਵੀ ਮਾਨਸਿਕ ਸਥਿਤੀ ਕਿਵੇਂ ਦੀ ਬਣ ਜਾਊਗੀ। ਸਿੱਖ ਕੌਮ ਜਿਹੜੀ ਹੈ 2% ਪੂਰੀ ਦੁਨੀਆ 'ਚ, ਤੇ ਜਦੋਂ ਇਹੋ ਜਿਹੇ ਕੰਮਾਂ 'ਚ ਮੋਹਰੇ ਆਉਂਦੀ ਤਾਂ ਫਿਰ 110% ਆਉਂਦੀ ਹੈ। ਉਹ 100 ਵੀ ਨਹੀਂ, ਉਸ ਤੋਂ ਵੀ ਗਾਹਾਂ ਵੱਧ ਜਾਂਦੀ ਆ। ਜਿੱਥੇ 10-12 ਹਜ਼ਾਰ ਦਾ ਸਿਲੰਡਰ ਇੱਕ ਆਸਾਨੀ ਨਾਲ ਮਿਲ ਜਾਂਦਾ, ਉੱਥੇ ਤਾਂ ਹੁਣ ਖਬਰਾਂ ਇਹ ਵੀ ਆ ਰਹੀਆਂ ਵੀ 30-30 ਹਜ਼ਾਰ ਨੂੰ ਦੇ ਰਹੇ ਆ। ਬੜੇ ਲੋਕਾਂ ਨੇ ਇਹਦੇ ਪ੍ਰਤੀ ਬੜੀ ਸੁਹਿਰਦਤਾ ਦਿਖਾਈ ਸੀਗੀ, ਦਾਨ ਪੁੰਨ ਪੈਸਾ ਬਹੁਤ ਜਮ੍ਹਾਂ ਕਰਤਾ ਸੀ। ਉਸ PM ਕੇਅਰ ਫੰਡ ਦੇ ਉੱਤੇ ਸਵਾਲ ਲੱਗਣੇ ਸ਼ੁਰੂ ਹੋ ਗਏ ਸੀਗੇ ਵੀ ਉਹ ਪੈਸਾ ਕਿੱਥੇ ਗਿਆ। ਜੇ ਕਿਸੇ ਨੇ ਵੀ ਸਪਲਾਈ ਆਕਸੀਜਨ ਦੇ ਵਿੱਚ ਰੁਕਾਵਟ ਬਣਦੀ ਦਿਸੀ ਜਾਂ ਬਣਾਈ ਜਾਂ ਰੁਕਾਵਟ ਪਾਈ ਤੇ ਉਹਨੂੰ ਸਿੱਧਾ ਹੀ ਕਹਿਤਾ ਫਾਹੇ ਟੰਗਦਾ। ਹੋਰ ਵਿਗਿਆਨੀ ਆ ਜਿਹੜੇ ਹੋਰ ਸਿਹਤ ਮਾਰੇ ਆ, ਉਹ ਤਾਂ ਬਹੁਤ ਹੀ ਭਿਆਨਕ ਸਥਿਤੀ ਦੱਸ ਰਹੇ ਆ ਮਈ ਦੇ ਵਿੱਚ। ਉਹਨਾਂ ਦਾ ਕਹਿਣਾ ਆ ਵੀ ਰੋਜ਼ਾਨਾ ਦੀ ਗਿਣਤੀ 'ਚ 5 ਲੱਖ ਦੇ ਮਾਮਲੇ ਆਉਣੇ ਆ। ਉਹ ਰੱਬ ਦੇ ਵਾਸਤੇ ਪਹਿਲਾਂ ਬੰਦਿਆਂ ਨੂੰ ਤਾਂ ਬਚਾ ਲਓ। ਤੁਸੀਂ ਆਪ ਦੀ ਸਿਆਸਤ ਜਿਹੜੀ ਕਰਨੀ ਆ, ਫੋਟੋਆਂ ਤੁਹਾਡੀਆਂ ਪਤਾ ਨਹੀਂ ਕਿੰਨੀਆਂ ਕੁ ਲੱਗਦੀਆਂ ਰਹਿਣੀਆਂ। ਜਿਉਂਦੇ ਰਹੋਗੇ ਤਾਂ ਸਾਰੀ ਉਮਰ ਹੀ ਲੱਗਣਗੀਆਂ ਫੋਟੋਆਂ। ਹੁਣ ਇੱਕਦਮ ਜਦੋਂ ਦੀ ਮੰਗ ਵੱਧ ਗਈ ਵੀ ਹਾਂ ਵੀ ਇਹਦੇ ਨਾਲ ਕਰੋਨਾ ਮਰੀਜ਼ ਠੀਕ ਹੋਣ ਲੱਗ ਪਏ, ਤੇ ਜਿੱਥੇ ਉਹ ਦਵਾਈ ਜਿਹੜੀ 800,000 ਦੀ ਆਉਂਦੀ ਸੀਗੀ ਉਹ ਹੁਣ ਇੱਕਦਮ 4,000 ਕੋਈ 5,000 ਮਿਲਦੀ ਹੀ ਨਹੀਂ ਪਹਿਲੀ ਗੱਲ ਤਾਂ। ਤੇ ਲੋਕਾਂ ਨੇ ਜਿਹੜੀ ਆ ਉਹ ਜਿਨ੍ਹਾਂ ਕੋਲ ਹੈਗੀ ਆ ਉਹ ਦੱਬ ਕੇ ਰੱਖ ਕੇ ਬਹਿ ਗਏ। ਰੱਬ ਨੂੰ ਜਾਣ ਉਸ ਬੰਦੇ ਨੇ ਵੀ ਦੇਣੀ ਜਿਹੜਾ ਵਿਚਾਰਾ ਮਰੀਜ਼ ਆ, ਤੇ ਰੱਬ ਨੂੰ ਜਾਣ ਤੁਸੀਂ ਵੀ ਦੇਣੀ। ਆਪਾਂ ਕਿਹੜਾ ਬੈਠੇ ਰਹਿਣਾ ਸਾਰੀ ਉਮਰ ਕਿਸੇ ਨੇ। ਉਹਨੇ 50 ਲੱਖ ਦੀ ਲਾਗਤ ਨਾਲ ਆਪ ਦਾ ਹੀ ਪਲਾਂਟ ਲਾ ਲਿਆ ਉੱਥੇ ਆਕਸੀਜਨ ਦਾ, ਤੇ ਉਹਨੇ ਇਹ ਨਹੀਂ ਕਿਹਾ ਵੀ ਇਹਦੇ ਵਿੱਚ ਤਰਲ ਪਦਾਰਥ ਪਾਉਂਦੇ ਆ ਜਾਂ ਕੋਈ ਕੈਮੀਕਲ ਪਾ ਕੇ ਆਕਸੀਜਨ ਤਿਆਰ ਕਰਦੇ ਆ। ਉਹ ਬੜਾ ਵਧੀਆ ਉਪਰਾਲਾ ਦੱਸਿਆ ਡਾਕਟਰ ਨੇ ਵੀ ਅਸੀਂ ਕੁਦਰਤੀ ਹਵਾ ਤੋਂ ਆਕਸੀਜਨ ਐਕਸਟ੍ਰੈਕਟ ਕਰਨ ਵਾਲੀ ਮਸ਼ੀਨ ਲਾਈ ਹੈ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦੇ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ 'ਚ ਸਵਾਗਤ। ਅੱਜ ਦੇ ਪ੍ਰੋਗਰਾਮ 'ਚ ਆਪਣੇ ਮਾਹਿਰ ਮਹਿਮਾਨ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਉਸ ਵਿਸ਼ੇ ਤੇ ਜਿਹੜਾ ਸਾਰੇ ਪਾਸੇ ਦੁਹਾਈ ਮਚਾ ਰਿਹਾ ਹੈ, ਲੋਕਾਂ ਨੂੰ ਡਰਾ ਰਿਹਾ ਹੈ, ਸਰਕਾਰਾਂ ਨੂੰ ਤਿਆਰ ਰਹਿਣ ਲਈ ਮਜਬੂਰ ਕਰ ਰਿਹਾ ਹੈ ਜਾਂ ਸਰਕਾਰਾਂ ਦੀ ਨਾਕਾਮੀ ਸਾਹਮਣੇ ਲਿਆ ਰਿਹਾ ਹੈ। ਕਰੋਨਾ ਹੈ ਉਸ ਦਾ ਨਾਂ। ਕਿੱਥੇ ਵੱਧ ਮੌਤਾਂ ਹੋ ਰਹੀਆਂ, ਕਿੱਥੇ ਪਲਾਂਟ ਲੱਗ ਰਹੇ ਨੇ, ਆਕਸੀਜਨ ਦੀ ਘਾਟ ਕਿੱਥੇ ਹੋ ਰਹੀ ਹੈ, ਕਿਉਂਕਿ ਕਰੋਨਾ ਦਾ ਕਾਲ ਹੈ ਤੇ ਇਸ ਤੇ ਹੀ ਚਰਚਾ ਕਰਨੀ ਬਣਦੀ ਹੈ। ਸੋ ਚਰਚਾ ਕਰਦੇ ਹਾਂ ਇਸੇ ਵਿਸ਼ੇ ਤੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਸਿੰਘ ਸ਼ੇਰਗਿੱਲ ਜੀ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਕਰੋਨਾ ਕਾਲ ਸਾਨੂੰ ਸਭ ਨੂੰ ਪਤਾ ਹੈ ਜੀ, 2 ਸਾਲ ਢੁੱਕਣ ਨੂੰ ਆ ਗਏ ਨੇ, ਤੇ ਇਸ ਵੇਲੇ ਅੱਜ ਦੇ ਮਾਹੌਲ ਦੀ ਗੱਲ ਕਰੀਏ ਤੇ ਕਿੱਥੇ ਸਥਿਤੀ ਵੇਖਦੇ ਹੋ? ਬਿਲਕੁਲ ਜੀ, ਮਾਹੌਲ ਦੀ ਅੱਜ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਉਹੀ ਸਥਿਤੀ ਆ ਜੋ ਮਾਰਚ ਅਪ੍ਰੈਲ 2020 ਦੇ ਵਿੱਚ ਹੋਈ ਸੀ, ਜਦੋਂ ਇਹਦੀ ਸ਼ੁਰੂਆਤ ਹੋਈ ਸੀਗੀ ਜੀ। ਤੇ ਕਿਸੇ ਨੇ ਉਹ ਅੰਦਾਜ਼ਾ, ਫਿਰ ਮੈਂ ਇਹ ਕਹੂੰਗਾ ਕਿ ਅੰਦਾਜ਼ਾ ਨਹੀਂ ਸੀਗਾ ਕਿ ਇਹ 2021 ਦੇ ਵਿੱਚ ਵੀ 2020 ਨਾਲੋਂ ਵੀ ਭਿਆਨਕ ਸਥਿਤੀ ਲੈ ਕੇ ਆਵੇਗਾ ਜੀ। ਕਿਉਂਕਿ ਵਿੱਚ ਵਿਚਾਲੇ ਜਦੋਂ ਇਹਦੀ ਰਾਹਤ ਮਿਲਣ ਲੱਗ ਪਈ ਸੀਗੀ, ਕੇਸ ਘਟ ਗਏ ਸੀਗੇ, ਤੇ ਆਪਣੀ ਅਣਗਹਿਲੀ ਦਾ ਹੀ ਆਪਾਂ ਨਤੀਜਾ ਜਿਹੜਾ ਹੁਣ 2021 ਦੇ ਵਿੱਚ ਭੁਗਤ ਰਹੇ ਹਾਂ। ਔਰ ਭੁਗਤ ਵੀ ਇਸ ਕਦਰ ਰਹੇ ਹਾਂ ਕਿ ਹਰ ਪਾਸੇ ਹਾਹਾਕਾਰ ਮਚੀ ਪਈ ਆ, ਮੌਤਾਂ ਹੀ ਮੌਤਾਂ ਦਾ ਤਾਂਡਵ ਆ, ਸ਼ਮਸ਼ਾਨ ਘਾਟ ਭਰੇ ਪਏ ਆ, ਜਗ੍ਹਾ ਨਹੀਂ ਮਿਲ ਰਹੀ ਸੰਸਕਾਰ ਕਰਨ ਨੂੰ। ਹਸਪਤਾਲਾਂ 'ਚ ਬੈੱਡ ਉਦੋਂ ਵੀ ਨਹੀਂ ਸੀ ਖਾਲੀ, ਹੁਣ ਵੀ ਨਹੀਂ ਖਾਲੀ। ਸਰਕਾਰਾਂ ਵੀ ਇਹਨੂੰ ਅਵੇਸੜੀਆਂ ਲੈ ਗਈਆਂ ਪਏ। ਉਹਨਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ, ਜੇ ਹੁਣ ਅਸੀਂ ਇਹਨੂੰ ਕਾਬੂ ਪਾ ਲਿਆ ਇਹ ਤਾਂ ਸਾਡੇ ਕਾਬੂ 'ਚ ਹੀ ਰਹਿਣਾ, ਗਾਹਾਂ ਇਹਨੇ ਕਿਹੜਾ ਸਾਡੇ ਕੋਲ ਵਿਗਾੜ ਲੈਣਾ। ਪਰ ਉਹਨੇ ਦਿਖਾਲ ਦਿੱਤਾ ਵੀ ਜੇ ਤੁਸੀਂ ਅਵੇਸਲੇ ਹੋ ਜਾਓਗੇ, ਅਣਗਹਿਲੀ ਵਰਤੋਂਗੇ, ਤੇ ਇਹਦਾ ਹੋਰ ਵੀ ਵੱਡਾ ਖਮਿਆਜਾ ਭੁਗਤਣਾ ਪਊਗਾ। ਔਰ ਭੁਗਤ ਵੀ ਰਹੇ ਆ ਜੀ। ਅੱਜ ਲਗਾਤਾਰ 4-5 ਦਿਨ ਹੋ ਗਏ ਆ ਕਿ ਦੇਸ਼ ਵਿੱਚ 3.5 ਲੱਖ ਤੋਂ ਵੱਧ ਦੇ ਕੇਸ ਰੋਜ਼ਾਨਾ ਆ ਰਹੇ ਆ ਜੀ, ਜਿਹੜੀ ਕਿ ਬਹੁਤ ਹੀ ਚਿੰਤਾਜਨਕ ਔਰ ਗੰਭੀਰ ਸਥਿਤੀ ਨੂੰ ਬਿਆਨ ਕਰਦੀ ਆ ਜੀ। ਤੇ ਮੌਤਾਂ ਦਾ ਅੰਕੜਾ ਤਾਂ ਫਿਲਹਾਲ ਜਿਹੜਾ ਆ ਉਹ ਬਿਲਕੁਲ ਰਿਕਾਰਡ ਹੀ ਤੋੜ ਗਿਆ, 2800 ਤੋਂ ਉੱਪਰ ਪਹੁੰਚ ਗਿਆ ਜੀ। ਤੇ ਇਹਦੇ ਬਾਬਤ ਜੇ ਇੰਡੀਆ ਜਿਹੜਾ ਆਪਣੀ ਸਰਕਾਰ ਆ ਉਹ ਚਿੰਤਤ ਹੈਗੀ ਆ, ਪਰ ਦੁਨੀਆ ਦੇ ਦੇਸ਼ ਵੀ ਚਿੰਤਤ ਹੋ ਗਏ ਆ ਜੀ। ਉਹਦੇ ਵਿੱਚ ਇੰਗਲੈਂਡ ਨੇ ਵੀ ਮਦਦ ਦੀ ਪੇਸ਼ਕਸ਼ ਕਰ ਦਿੱਤੀ ਆ, ਅਮਰੀਕਾ ਨੇ ਵੀ ਉੱਥੋਂ ਕਹਿਤਾ ਵੀ ਜਿਵੇਂ ਸਾਡੀ ਮਦਦ ਕੀਤੀ ਸੀ ਅਸੀਂ ਵੀ ਕਰਾਂਗੇ। ਪਰ ਬਾਹਰਲੇ ਦੇਸ਼ ਜਿਹੜੇ ਆ ਉਹ ਭਾਰਤ ਦੀ ਸਥਿਤੀ ਨੂੰ ਲੈ ਕੇ ਬਹੁਤ ਹੀ ਚਿੰਤਾਜਨਕ ਹੋ ਗਏ ਆ ਜੀ। ਉਦੋਂ ਵੀ ਇਹ ਕਿਹਾ ਜਾਂਦਾ ਸੀਗਾ WHO ਵੱਲੋਂ ਕਿ ਜਿੱਦਾਂ ਦੀ ਆਬਾਦੀ ਭਾਰਤ ਦੀ ਆ, ਜੇ ਇੱਥੇ ਸੁਪਰ ਸਪਰੈਡਰ ਬਣ ਗਿਆ ਕਰੋਨਾ ਤੇ ਕਾਬੂ ਹੇਠ ਨਹੀਂ ਆਉਣਾ। ਪਰ ਸੁੱਖ ਦਾ ਸਾਹ ਲੈ ਲਿਆ ਸੀਗਾ ਸਾਰੀ ਦੁਨੀਆ ਨੇ ਵੀ ਇਹ ਰਾਹਤ ਵਾਲੀ ਗੱਲ ਆ ਵੀ ਭਾਰਤ ਵਿੱਚ ਕਾਬੂ 'ਚ ਆ ਗਿਆ ਜੀ। ਕੋਈ ਜਿੱਥੇ ਜਿਵੇਂ ਦੀਆਂ ਇੱਥੇ ਉਹ ਬਸਤੀਆਂ ਆ, ਝੁੱਗੀ ਝੋਪੜੀਆਂ ਆ,
ਉੱਥੋਂ ਲੱਗਦਾ ਨਹੀਂ ਸੀਗਾ ਵੀ ਇਹ ਛੇਤੀ ਕਿਤੇ ਸਾਡੇ ਤੋਂ ਕਾਬੂ ਆਊਗਾ, ਪਰ ਫਿਰ ਵੀ ਲੋਕਾਂ ਦੀ ਜੀ ਵਿਲ ਪਾਵਰ ਸੀਗੀ, ਲੋਕਾਂ ਦੀ ਇੱਛਾ ਸ਼ਕਤੀ ਸੀਗੀ, ਲੋਕਾਂ ਦੀ ਆਪ ਮੁਹਾਰੇ ਇਹਦੇ ਨਾਲ ਲੜਨ ਦੀ ਤਾਕਤ ਜਿਹੜੀ ਅਪਣਾਈ ਸੀਗੀ ਉਹ ਬੜੀ ਵਧੀਆ ਰਹੀ ਸੀ, ਜਿਹਦੇ ਕਰਕੇ ਆਪਾਂ ਮਾਤ ਪਾ ਦਿੱਤੀ ਸੀਗੀ। ਪਰ ਹੁਣ ਇਹ ਲੋਕਾਂ ਦੀ ਹੀ ਅਣਗਹਿਲੀ ਦਾ ਨਤੀਜਾ ਆ। ਆਪਾਂ ਬੇਸ਼ੱਕ ਸਰਕਾਰਾਂ ਨੂੰ ਜਿੰਨਾ ਮਰਜ਼ੀ ਨਿੰਦੀਏ, ਜਿੰਨਾ ਮਰਜ਼ੀ ਉਹਦੇ ਬਾਰੇ ਕਹੀਏ ਤਿਆਰੀ ਨਹੀਂ ਸੀ, ਨਾਕਾਮੀ ਹੋ ਗਈ, ਠੀਕ ਆ, ਉਹ ਆਪਣੇ ਤੌਰ ਤੇ ਨਾਕਾਮ ਰਹੇ ਆ, ਫੇਲ ਹੋ ਗਏ ਆ, ਸਮੇਂ ਸਿਰ ਕੰਮ ਕਰਨ ਨੂੰ ਬਹੁਤ ਦੇਰੀ ਕਰ ਦਿੱਤੀ ਆ। ਇਸੇ ਕਰਕੇ ਕਈ ਲੋਕ ਕਹਿੰਦੇ ਆ ਵੀ ਆਪਾਂ ਲੇਟ ਨਹੀਂ ਹੋ ਗਏ ਇਹਦੇ ਪ੍ਰਤੀ ਪ੍ਰਬੰਧ ਕਰਨ 'ਚ। ਹੁਣ ਜੋ ਮਰਜ਼ੀ ਕਰੀ ਜਾਣ, ਪਰ ਜਿਹੜੀ ਹੁਣ ਉਹ ਸਥਿਤੀ ਬਣ ਗਈ ਆ ਉਹਦੇ ਪ੍ਰਤੀ ਤਾਂ ਆਪਾਂ ਅੱਖਾਂ ਨਹੀਂ ਮੂੰਦ ਸਕਦੇ। ਤੇ ਜਿਵੇਂ ਦੇ ਆਪਾਂ ਨੂੰ ਹਾਲਾਤ ਦਿਸਦੇ ਆ, ਇੱਕ ਥਾਂ ਨਹੀਂ, ਹਰੇਕ ਸਟੇਟ ਵਿੱਚ ਜਾ ਕੇ ਦੇਖੋ ਤੇ ਇਦਾਂ ਦੇ ਹੀ ਮੰਜ਼ਰ ਦਿਸਣਗੇ। ਦਿੱਲੀ ਦਾ ਇੱਕ ਬਹੁਤ ਵੱਡਾ ਸ਼ਮਸ਼ਾਨ ਘਾਟ ਆ ਨਿਗਮਬੋਧ, ਜਿੱਥੋਂ ਦੀ ਜੋ ਅੰਕੜੇ ਦੱਸਦੇ ਆ, ਸਰਕਾਰੀ ਅੰਕੜੇ, ਗੈਰ ਸਰਕਾਰੀ ਦੀ ਗੱਲ ਨਹੀਂ ਕਰੀਏ ਤਾਂ ਫਿਰ ਠੀਕ ਰਹੂਗਾ। ਸਰਕਾਰੀ ਅੰਕੜੇ ਦੱਸਦੇ ਆ ਕਿ ਪਿਛਲੇ 22 ਦਿਨਾਂ ਦੇ ਵਿੱਚ 900 ਸੰਸਕਾਰ ਹੋਏ ਆ। ਬਹੁਤ ਵੱਡੀ ਗਿਣਤੀ ਹੁੰਦੀ ਆ। ਔਰ ਉੱਥੇ ਦੇ ਜਿਹੜੇ ਅੰਦਰ ਕੰਮ ਕਰਦੇ ਕਾਮੇ ਆ ਉਹ ਦੱਸਦੇ ਆ ਕਿ ਹਰ 1 ਘੰਟੇ 'ਚ 2 ਸੰਸਕਾਰ ਹੁੰਦਾ। ਤੇ ਮੱਧ ਪ੍ਰਦੇਸ਼ ਦੀ ਜੇ ਭੋਪਾਲ ਦੀ ਗੱਲ ਕਰੀਏ ਤੇ ਉੱਥੋਂ ਦੇ ਜਿਹੜੇ ਸ਼ਮਸ਼ਾਨ ਘਾਟ ਵਾਲੇ ਮੁਲਾਜ਼ਮ ਆ ਉਹ ਕਹਿੰਦੇ ਆ ਵੀ ਜਦੋਂ ਗੈਸ ਤਰਾਸਦੀ ਹੋਈ ਸੀ ਨਾ, ਭੋਪਾਲ ਗੈਸ ਕਾਂਡ ਹੋਇਆ ਸੀ, ਉਦੋਂ ਵੀ ਇੰਨੇ ਸਿਵੇ ਨਹੀਂ ਸੀ ਬਲੇ ਜਿੰਨੇ ਅੱਜ ਬਲ ਰਹੇ ਆ। ਇਹ ਕੁਦਰਤ ਦੀ ਐਸੀ ਕਰੋਪੀ ਆ ਜਿਹਨੇ ਕਿ ਪੂਰੀ ਤਰ੍ਹਾਂ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਹਦੇ ਵਿੱਚ ਮਨੁੱਖੀ ਗਲਤੀਆਂ ਜ਼ਰੂਰ ਹੈਗੀਆਂ, ਸਰਕਾਰਾਂ ਦੀਆਂ ਨਾਕਾਮੀਆਂ ਜ਼ਰੂਰ ਹੈਗੀਆਂ, ਪਰ ਮੈਂ ਸਭ ਤੋਂ ਵੱਧ ਜਿਹੜਾ ਆ ਦੇਸ਼ ਦੇ ਨਾਗਰਿਕਾਂ ਨੂੰ ਜ਼ਰੂਰ ਜ਼ਿੰਮੇਵਾਰ ਦੱਸੂਗਾ ਵੀ ਜੇ ਉਹ ਜ਼ਿੰਮੇਵਾਰੀ ਨਾਲ ਕੰਮ ਲੈਂਦੇ, ਜੇ ਇਹੋ ਜਿਹੀਆਂ ਗੱਲਾਂ ਨਾ ਕਰਦੇ, ਜਿੱਥੇ ਕਿ ਆਪਾਂ ਲੱਗਦੇ ਵਿਆਹ ਸ਼ਾਦੀਆਂ ਵੀ ਹੋਣ ਲੱਗ ਪਏ, ਸਿਆਸੀ ਰੈਲੀਆਂ ਵੱਲੋਂ ਨਾ ਜਾਓ। ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਸਰਕਾਰਾਂ ਵਾਸਤੇ ਸਿਰਫ ਇਹ ਅੰਕੜੇ ਆ ਜਿਹੜੇ ਕਿ ਰਿਕਾਰਡ 'ਚ ਦਰਜ ਹੋ ਜਾਣੇ ਆ, ਉਸ ਤੋਂ ਬਾਅਦ ਕੁਝ ਨਹੀਂ ਆ। ਜਿਨ੍ਹਾਂ ਦੇ ਆਪ ਦੇ ਸਕੇ ਸੰਬੰਧੀ ਚਲੇ ਜਾਂਦੇ ਆ ਉਹ ਮੁੜ ਕੇ ਨਹੀਂ ਆਉਣੇ। ਜੇ ਆਪਾਂ ਉਹਨਾਂ ਦਾ ਬਚਾਅ ਕਰਾਂਗੇ, ਆਪ ਖੁਦ ਬਚਾਅ ਕਰਕੇ ਹੀ ਅਗਲੇ ਨੂੰ ਪ੍ਰੇਰਿਤ ਕੀਤਾ ਜਾ ਸਕਦਾ। ਜੇ ਆਪ ਉਦਾਂ ਹੀ ਰਵਾਂਗੇ ਤਾਂ ਅਗਲੇ ਨੂੰ ਕਹੀ ਜਾਵਾਂਗੇ ਉਹ ਤੂੰ ਇਦਾਂ ਨਾ ਕਰ, ਤੂੰ ਉਦਾਂ ਨਾ ਕਰ, ਤਾਂ ਫਿਰ ਕੋਈ ਨਹੀਂ ਮੰਨਦਾ ਹੁੰਦਾ। ਤੇ ਸਰਕਾਰਾਂ ਨੂੰ ਛੱਡ ਦਈਏ ਤੇ ਆਪ ਦੇ ਆਪਾਂ ਜਿਹੜੇ ਵਿਸਲੇ ਹੋਣ ਕਰਕੇ ਇਹੋ ਜਿਹੇ ਜਿਹੜੇ ਹਾਲਾਤ ਬਣੇ ਆ, ਇਹਨੂੰ ਫਿਰ ਵੀ ਹਜੇ ਵੀ ਆਪਾਂ ਕਾਬੂ ਪਾ ਸਕਦੇ ਆ ਜੇ ਆਪਾਂ ਉਹੀ ਸਮਝ ਲਈਏ। ਬੇਸ਼ੱਕ ਸਰਕਾਰ ਨੇ ਨਹੀਂ ਲਾਇਆ ਲਾਕਡਾਊਨ, ਵੱਖ-ਵੱਖ ਸਟੇਟਾਂ 'ਚ ਲੱਗਾ ਆ, ਪਰ ਕੇਂਦਰ ਸਰਕਾਰ ਨੇ ਜੇ ਲਾਕਡਾਊਨ ਨਹੀਂ ਲਾਇਆ ਤਾਂ ਆਪਾਂ ਖੁਦ ਹੀ ਸਮਝ ਲਈਏ ਵੀ ਸਥਿਤੀ ਬਾਹਰ ਲਾਕਡਾਊਨ ਵਾਲੀ ਹੀ ਹੈ। ਬਿਨਾਂ ਮਤਲਬ ਤੋਂ ਘਰੋਂ ਬਾਹਰ ਨਾ ਨਿਕਲੋ। ਦੇਖੋ ਕੋਈ ਸਮਾਂ ਹੁੰਦਾ ਸੀਗਾ ਵੀ ਜ਼ਿੰਦਗੀ ਜਿਉਣ ਵਾਸਤੇ ਜਾਣਾ ਹੀ ਪੈਂਦਾ ਸੀ ਕੰਮ ਤੇ, ਬਿਨਾਂ ਕੰਮ ਤੇ ਗਿਆ ਤੇ ਬਿਨਾਂ ਦਿਹਾੜੀ ਲਾਇਆ ਤੇ ਰੋਟੀ ਨਹੀਂ ਸੀ ਮਿਲਣੀ, ਘਰ ਗੁਜ਼ਾਰਾ ਨਹੀਂ ਸੀ ਚੱਲਣਾ, ਪਰਿਵਾਰ ਨਹੀਂ ਸੀ ਪਲਣਾ। ਪਰ ਐਸੀ ਹਾਲਾਤ ਹੁਣ ਹੋ ਗਏ ਆ ਵੀ ਘਰ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਬਚਾ ਸਕਦੇ ਆ, ਤੇ ਆਪਣੀ ਜ਼ਿੰਦਗੀ ਬਚਾਉਣ ਨੂੰ ਘਰ ਰਹਿਣਾ ਪੈ ਰਿਹਾ, ਕੰਮਕਾਰ ਛੱਡਣਾ ਪੈ ਰਿਹਾ। ਦੂਸਰੀ ਪਾਸੇ ਇਹ ਵੀ ਦੇਖਿਆ ਜਾਵੇ ਤਾਂ ਆਰਥਿਕ ਪੱਖੋਂ ਵੀ ਮਾਰ ਖਾਵਾਂਗੇ ਜੇ ਟੋਟਲ ਲਾਕਡਾਊਨ ਉਦਾਂ ਦਾ ਲੱਗ ਗਿਆ। ਹੋ ਸਕਦਾ ਸਰਕਾਰ ਉਹਦੇ ਪੱਖੋਂ ਵੀ ਕਾਫੀ ਕੁਝ ਸੋਚ ਕਰਦੀ ਹੋਣੀ ਆ, ਕਈ ਪਹਿਲੂਆਂ ਤੇ ਵਿਚਾਰ ਕਰਦੀ ਹੋਣੀ ਆ। ਸਿਆਸੀ ਪੱਖੋਂ ਆਪਾਂ ਦੇਖੀਏ, ਸਿਆਸੀਕਰਨ ਵੱਲ ਨੂੰ ਜਾਈਏ ਤਾਂ ਇਹ ਵੀ ਹੋ ਸਕਦਾ ਵੀ 50 ਰਾਜਾਂ 'ਚ ਜਿਹੜੀ ਚੋਣਾਂ ਹੋਈਆਂ ਆ, 2 ਗੇੜ ਅਜੇ ਬੰਗਾਲ ਦੀਆਂ ਰਹਿੰਦੀਆਂ ਆ, ਇੱਕ ਅੱਜ ਹੋ ਜਾਣੀ ਆ, ਇੱਕ ਹੋ ਰਿਹਾ, 2 ਤਰੀਕ ਨੂੰ ਰਿਜ਼ਲਟ ਆਉਣੇ ਆ। ਹੋ ਸਕਦਾ ਉਸ ਤੋਂ ਬਾਅਦ ਇਹ ਕੰਮ ਕਰੇ ਜੋ ਲਾਕਡਾਊਨ ਵਾਲਾ ਜਾਂ ਸਖਤੀਆਂ ਵਾਲਾ, ਤੇ ਆਪਾਂ ਉਦੋਂ ਤੱਕ ਵੇਟ ਕਿਉਂ ਕਰਨੀ? ਜੇ ਆਪ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਉਦੋਂ ਤੱਕ ਵੇਟ ਨਹੀਂ ਕਰਨ ਦੀ ਲੋੜ, ਆਪ ਖੁਦ ਹੀ ਸੰਜਮ ਵਰਤ ਲਈਏ। ਜਿਵੇਂ ਉਦੋਂ ਆਪਾਂ 1 ਸਾਲ ਪੂਰਾ ਇਸ ਤਰੀਕੇ ਨਾਲ ਬਤਾਇਆ ਤੇ ਆਪਾਂ ਕੁਝ ਹੱਦ ਤੱਕ ਬਚਾਅ ਕਰਨ 'ਚ ਕਾਮਯਾਬ ਰਹੇ ਆ। ਪਰ ਹੁਣ ਜਿਹੜਾ ਮੌਤਾਂ ਦਾ ਅੰਕੜਾ ਦੇਸ਼ ਵਿੱਚ 2 ਲੱਖ ਦੇ ਕਰੀਬ ਪਹੁੰਚ ਚੱਲਿਆ, ਤੇ ਇਸ ਤੋਂ ਵੀ ਵੱਧ ਕੇ ਹੁਣ ਜਦੋਂ ਮਈ ਦਾ ਸਮਾਂ ਆਉਣਾ, ਜਿਹੜੇ ਕਿ IIT ਦੇ ਮਾਹਰ, ਹੋਰ ਵਿਗਿਆਨੀ ਆ, ਜਿਹੜੇ ਹੋਰ ਸਿਹਤ ਮਾਹਰ ਆ, ਉਹ ਤਾਂ ਬਹੁਤ ਹੀ ਭਿਆਨਕ ਸਥਿਤੀ ਦੱਸ ਰਹੇ ਆ ਮਈ ਦੇ ਵਿੱਚ। ਉਹਨਾਂ ਦਾ ਕਹਿਣਾ ਆ ਵੀ ਰੋਜ਼ਾਨਾ ਦੀ ਗਿਣਤੀ 'ਚ 5 ਲੱਖ ਦੇ ਮਾਮਲੇ ਆਉਣੇ ਆ। ਵੈਸੇ ਪ੍ਰਧਾਨ ਮੰਤਰੀ ਸਾਹਿਬ ਹੋਰਾਂ ਨੇ ਕਿਹਾ ਹੈ ਕਿ ਇਹ ਦੂਜੀ ਲਹਿਰ ਹੈ। ਮੈਨੂੰ ਨਹੀਂ ਲੱਗਦਾ ਕਿ ਲਹਿਰ ਹੈ, ਇਹ ਇੱਕ ਤਰ੍ਹਾਂ ਦੀ ਸੁਨਾਮੀ ਆ ਰਹੀ ਹੈ। ਬਿਲਕੁਲ ਸੁਨਾਮੀ ਹੀ ਹੈ। ਤਾਈਓ ਅਦਾਲਤਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਉਨਾ ਥੋੜਾ ਆ। ਅਦਾਲਤਾਂ ਦੇ ਦਖਲ ਤੋਂ ਬਾਅਦ ਸਰਕਾਰ ਜੇ ਜਾਗਰੂਕ ਹੋਈ ਆ ਤਾਂ ਚੰਗੀ ਗੱਲ ਆ। ਸਰਕਾਰਾਂ ਨੇ ਆਪਣੇ ਆਪ ਕਦੇ ਜਾਗਰੂਕ ਹੁੰਦੇ ਆਪਾਂ ਦੇਖਿਆ ਵੀ ਹੈ ਨਹੀਂ। ਕਈ ਥਾਵਾਂ ਤੇ ਅਦਾਲਤਾਂ ਨੂੰ ਤੇਜ਼ੀ ਨਾਲ ਦਖਲ ਦੇਣਾ ਪੈਂਦਾ, ਔਰ ਇਸ ਮਾਮਲੇ 'ਚ ਵੀ ਦਿੱਤਾ ਆ। 6-7 ਹਾਈ ਕੋਰਟਾਂ 'ਚ ਇਹਦੀ ਸੁਣਵਾਈ ਚੱਲ ਰਹੀ ਆ। ਦਬਕੇ ਮਾਰ ਰਹੀਆਂ ਸਰਕਾਰਾਂ ਨੂੰ ਜੇ ਬੰਦੇ ਦੀ ਤੁਸੀਂ ਮੌਤਾਂ ਦੀ ਗਿਣਤੀ ਵਧੀ ਜਾਂ ਬੰਦੇ ਦੀ ਜਾਨ ਨੂੰ ਤੁਸੀਂ ਐਵੇਂ ਲਿਆ ਤਾਂ ਦੇਖ ਲਿਓ। ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਸਖਤ ਹੋ ਗਈ ਆ। ਦੇਖੋ ਚੰਗੀ ਗੱਲ ਆ,
ਵੀ ਅਦਾਲਤਾਂ ਦੇ ਸਹਾਰੇ ਘੱਟੋ ਘੱਟ ਕਿਸੇ ਮਨੁੱਖਤਾ ਦੀ ਜਾਨ ਬਚ ਜਾਏ ਤੇ ਇਹਦੇ ਨਾਲ ਦੀ ਰੀਸ ਕੋਈ ਨਹੀਂ ਆ, ਪਰ ਸਰਕਾਰਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਸੀ ਜੀ। ਤੇ ਅਵਤਾਰ ਜੀ, ਮੁੱਦਾ ਤਾਂ ਬੰਗਾਲ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਕਿ 7ਵੇਂ ਗੇੜ ਦੀ ਅੱਜ ਉੱਥੇ VOTING ਹੋ ਰਹੀ ਹੈ। ਮੈਂ ਸੁਣਿਆ ਕਿ ਕਿਤੇ ਉੱਥੇ ਟੈਸਟਿੰਗ ਵੀ ਸ਼ੁਰੂ ਕੀਤੀ ਗਈ ਹੈ ਤੇ ਹਰ ਦੂਜਾ ਬੰਦਾ ਜਿਹੜਾ ਹੈ ਇਸ ਲਾਗ ਤੋਂ ਪ੍ਰਭਾਵਿਤ ਨਿਕਲ ਰਿਹਾ ਹੈ। ਕੀ ਕਹੋਗੇ ਇਸ ਬਾਰੇ? ਬਿਲਕੁਲ ਜੀ, ਉੱਥੇ ਵੀ ਸਥਿਤੀ ਜਿਹੜੀ ਆ ਉਹ ਭਿਆਨਕ ਹੁੰਦੀ ਜਾ ਰਹੀ ਆ। ਜੋ ਪਹਿਲਾਂ ਸੀਗੀ ਉਹਦੇ ਨਾਲੋਂ ਕਿਤੇ ਗਾਹਾਂ ਗੰਭੀਰ ਹੋ ਗਈ ਆ, ਚਿੰਤਾਜਨਕ ਹੋ ਗਈ ਆ। 3-4 ਤਾਂ ਉਮੀਦਵਾਰਾਂ ਦੀ ਡੈਥ ਹੀ ਹੋ ਗਈ ਆ ਜੀ। ਹੁਣ ਜਿੱਥੇ ਇਹ ਉਮੀਦਵਾਰਾਂ ਦੀ ਡੈਥ ਹੋ ਗਈ ਆ ਉੱਥੇ ਲਾਜ਼ਮੀ ਆਪੇ ਚੋਣਾਂ ਦੁਬਾਰਾ ਹੋਣਗੀਆਂ ਜੀ। ਤੇ ਜਿਹੜੇ ਉਮੀਦਵਾਰ ਇਸ ਲਾਗ ਤੋਂ ਪੀੜਤ ਹੋ ਗਏ ਆ, ਜੀ, ਇਨਫੈਕਟਡ ਹੋ ਗਏ ਆ, ਉਹਨਾਂ ਲਈ ਵੀ ਇਹ ਮੁਸ਼ਕਲ ਭਰਾ ਦੌਰ ਹੋਊਗਾ। ਹੁਣ ਜਿਹੜੇ ਮੁਕਲ ਰਾਏ ਆ ਉੱਥੇ, ਉਹ ਤਾਂ ਦੂਜੀ ਵਾਰ ਪੋਜ਼ਿਟਿਵ ਆ ਗਏ ਜੀ। ਉਹਨਾਂ ਦੀ ਵਾਈਫ ਵੀ ਪੋਜ਼ਿਟਿਵ ਆ ਗਈ। ਇਹੀ ਕਾਰਨ ਆ ਵੀ ਉੱਥੇ ਬੇਸ਼ੱਕ ਲੋਕਾਂ ਨੇ ਇਸ ਪੱਖੋਂ ਧਿਆਨ ਨਹੀਂ ਦਿੱਤਾ, ਜੀ। ਸਿਆਸੀ ਲੋਕਾਂ ਨੇ ਉਹਨਾਂ ਨੂੰ ਪ੍ਰੇਰਿਆ, ਆਪਣੇ ਮਗਰ ਲਾਇਆ, ਵੱਡੇ ਵੱਡੇ ਇਕੱਠ ਦਿਖਾਲੇ, ਪਰ ਜੇ ਲੋਕ ਉਦੋਂ ਜਾਗਰੂਕ ਹੁੰਦੇ ਤਾਂ ਇਹਨਾਂ ਇਕੱਠਾਂ 'ਚ ਨਾ ਜਾਂਦੇ। ਹੁਣ ਉਹਨਾਂ ਦਾ ਜਿਹੜਾ ਜੋ ਕੰਮ ਕੀਤਾ ਉਹ ਨਤੀਜਾ ਕਿਹਨੂੰ ਭੁਗਤਣਾ ਪੈਣਾ? ਲੋਕਾਂ ਨੂੰ ਭੁਗਤਣਾ ਪੈਣਾ, ਕਿਉਂਕਿ ਜਿੰਨੇ ਸਿਆਸੀ ਆਗੂ ਸੀਗੇ ਉਹ ਤਾਂ ਆਪੋ ਆਪਣੇ ਰੈਲੀਆਂ ਕਰਕੇ ਤੁਹਾਡੇ ਤੋਂ ਵੋਟਾਂ ਦਾ ਕੰਮ ਕਰਕੇ ਆਪਣੇ ਘਰ ਆ ਕੇ ਬਹਿ ਗਏ ਆ, ਸੁਖੀ ਸੰਦੀ ਰਹਿਣ, ਕੋਈ ਨਹੀਂ, ਚਲੋ ਉਹਨਾਂ ਦੇ ਸਿਰ ਤੇ ਵੀ ਪਰਮਾਤਮਾ ਦੀ ਕਿਰਪਾ ਰਵੇ। ਪਰ ਜਿਹੜਾ ਉੱਥੇ ਲੋਕਾਂ ਦਾ ਹਾਲ ਹੋਣਾ, ਜਿਸ ਹਿਸਾਬ ਨਾਲ ਗਿਣਤੀ ਮਰੀਜ਼ਾਂ ਦੀ ਵੱਧ ਰਹੀ ਆ, ਤੇ ਉੱਥੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਗੰਭੀਰ ਚਿੰਤਾਜਨਕ ਅੰਕੜੇ ਸਾਹਮਣੇ ਆਉਣਗੇ। ਇਹਦੇ ਪ੍ਰਤੀ ਪਹਿਲਾਂ ਸੋਚ ਲਿਆ ਜਾਂਦਾ ਚੰਗਾ ਸੀਗਾ, ਪਰ ਚੋਣ ਕਮਿਸ਼ਨ ਨੇ ਬਹੁਤ ਦੇਰ ਕਰਦੀ ਜਦੋਂ ਉਹਨਾਂ ਨੇ ਰੈਲੀਆਂ ਤੇ ਪਾਬੰਦੀ ਲਾਉਣ ਤੇ। ਫਿਰ ਵੀ ਉਹਨਾਂ ਨੇ 2 ਗੇੜਾਂ ਦਾ ਜਿਹੜਾ ਹਜੇ ਵੀ ਜਾਰੀ ਰੱਖਿਆ। ਖੈਰ ਹੋ ਲੈਣ ਦਿਓ। ਇਸ ਤੋਂ ਬਾਅਦ ਯੂਪੀ ਦੇ ਵਿੱਚ ਵੀ ਪੰਚਾਇਤ ਚੋਣਾਂ ਹੋ ਰਹੀਆਂ ਤੇ ਮਾਹਰਾਂ ਦਾ ਜਿਹੜਾ ਨਾ ਵਿਗਿਆਨੀ ਕੀ ਦੱਸ ਰਹੇ ਆ, ਕਹਿੰਦੇ ਪਹਿਲਾਂ ਮਹਾਰਾਸ਼ਟਰ, ਮੁੰਬਈ, ਪੁਣੇ, ਉਸ ਤੋਂ ਬਾਅਦ ਦਿੱਲੀ ਜੋ ਹਾਲ ਹੋਇਆ, ਤੇ ਹੁਣ ਤੀਜਾ ਸਭ ਤੋਂ ਵੱਡਾ ਸੁਪਰ ਸਪਰੈਡਰ ਜੇ ਬਣਨਾ ਉਹ ਯੂਪੀ ਬਣਨਾ। ਕਿਉਂਕਿ ਉਹਦੇ ਵਿੱਚ ਆਪਾਂ ਧਾਰਮਿਕ ਪੱਖੋਂ ਨਾ ਵੀ ਜੋੜੀਏ ਤਾਂ ਵੀ ਲੋਕਾਂ ਦੇ ਮਨ 'ਚ ਗੱਲ ਆ ਜਾਂਦੀ ਆ ਕਿ ਕੁੰਭ ਮੇਲੇ 'ਚ 35 ਲੱਖ ਲੋਕ ਇਕੱਠੇ ਹੋਏ ਸੀ। ਜੀ ਤੇ ਅਵਤਾਰ ਜੀ, ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ, ਪਰ ਇਸ ਵੇਲੇ ਬ੍ਰੇਕ ਦਾ ਵੇਲਾ ਹੈ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਕੁੰਭ ਮੇਲੇ ਦੀ ਗੱਲ ਛੇੜੀ ਸੀ ਤੁਸੀਂ, ਤੇ ਇਹਦੇ ਬਾਰੇ ਹੁਣ ਵਿਸਥਾਰ ਨਾਲ ਦੱਸ ਦਿਓ। ਦੇਖੋ, ਬਿਮਾਰੀ ਦਾ ਕਿਸੇ ਧਾਰਮਿਕ ਆਸਥਾ ਨਾਲ ਕੋਈ ਸੰਬੰਧ ਨਹੀਂ ਹੈ। ਜੀ, ਬਿਮਾਰੀ ਇਹ ਦੇਖ ਕੇ ਨਹੀਂ ਆਉਂਦੀ ਵੀ ਫਲਾਨਾ ਧਰਮ ਜਾਂ ਫਲਾਨਾ ਧਰਮ ਜਾਂ ਫਲਾਨੇ ਧਰਮ ਦਾ ਇਕੱਠ ਹੋ ਗਿਆ। ਜਿਹੜੀ ਬਿਮਾਰੀ ਨੇ ਜਿਸ ਤਰੀਕੇ ਨਾਲ ਫੈਲਣਾ, ਆਪਾਂ ਉਹਦੀ ਗੱਲ ਕਰਨੀ ਬਣਦੀ ਆ। ਵੀ ਜਿੱਥੇ ਲੱਗਦਾ ਵੀ ਇਹ ਸਮਾਜਿਕ ਦੂਰੀ ਨਾ ਰੱਖਣ ਕਰਕੇ ਫੈਲਦਾ, ਤੇ ਉਹਦੇ ਤੋਂ ਅਵੋਇਡ ਕੀਤਾ ਜਾਣਾ ਜ਼ਰੂਰੀ ਆ। ਫਿਰ ਚਾਹੇ ਉਹ ਕੁੰਭ ਹੋਵੇ, ਚਾਹੇ ਤਬਲੀਗੀ ਹੋਵੇ, ਚਾਹੇ ਕੋਈ ਹੋਰ ਧਾਰਮਿਕ ਸਮਾਗਮ ਹੋਵੇ, ਉਹਦੇ 'ਚ ਰੱਖਣਾ ਜ਼ਰੂਰੀ ਬਣਦਾ ਹੁੰਦਾ, ਫਿਰ ਚਾਹੇ ਸਿਆਸੀ ਰੈਲੀਆਂ ਕਿਉਂ ਨਾ ਹੋਣ। ਤੇ ਇਸ ਪਾਸੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਇਸ ਕਰਕੇ ਵੀ ਹੁਣ ਜਿਹੜਾ ਮਾਹਰਾਂ ਦਾ ਮੰਨਣਾ ਆ ਵੀ ਯੂਪੀ ਦੇ ਵਿੱਚ ਜਿਹੜਾ ਕਰੋਨਾ ਬਲਾਸਟ ਹੋਣਾ, ਉਹਨੂੰ ਸਾਂਭਿਆ ਨਹੀਂ ਜਾ ਸਕਣਾ। ਕਿਉਂਕਿ ਜਿਸ ਤਰੀਕੇ ਨਾਲ ਉੱਥੇ ਗਿਣਤੀ ਦੱਸਦੇ ਆ ਵੀ ਇੰਨੀ ਗਿਣਤੀ ਦੇ ਵਿੱਚ ਸ਼ਰਧਾਲੂ ਗਏ ਸੀਗੇ। ਸ਼ਰਧਾਲੂਆਂ ਦੀ ਆਸਥਾ ਜੁੜੀ ਹੁੰਦੀ ਆ ਹਰੇਕ ਧਾਰਮਿਕ ਸਥਾਨ ਨਾਲ। ਆਪਾਂ ਉਹਨੂੰ ਬਿਮਾਰੀ ਦੀ ਆੜ 'ਚ ਕਹੀਏ ਜਾਂ ਉਹਨੂੰ ਇੱਕ ਫੈਲਣ ਤੋਂ ਰੋਕਣ ਦੀ ਆੜ 'ਚ ਕਹੀਏ, ਤੇ ਫਾਇਦਾ ਤਾਂ ਆਪਾਂ ਮਨੁੱਖਤਾ ਦਾ ਕਰਨਾ। ਤੇ ਪ੍ਰਮਾਤਮਾ ਵੀ ਤਾਂ ਹੀ ਖੁਸ਼ ਹੋਊਗਾ ਵੀ ਜੇ ਉਹਦੇ ਜਿਹੜਾ ਮਾਨਵਤਾ ਸਹੀ ਰਹੂਗੀ, ਸੁਖੀ ਰਹੂਗੀ। ਤੇ ਇਹੀ ਕਾਰਨ ਹੈ ਵੀ ਹਿਮਾਚਲ ਵਾਲਿਆਂ ਨੇ ਇੱਕਦਮ ਸਾਰੇ ਧਾਰਮਿਕ ਸਥਾਨ ਹਾਲ ਦੀ ਘੜੀ ਬੰਦ ਕਰ ਦਿੱਤੇ। ਚੰਗੀ ਗੱਲ ਹੈ, ਕਿਸੇ ਨੇ ਉਹਦਾ ਬੁਰਾ ਨਹੀਂ ਮਨਾਉਣਾ, ਸਾਰਿਆਂ ਦੀ ਆਸਥਾ ਜੁੜੀ ਹੁੰਦੀ ਆ। ਵੈਸੇ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਨੇ ਕਿ 9ਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ, ਉਹਨਾਂ ਨੇ ਵੀ ਵਰਚੁਅਲੀ ਮਨਾਉਣ ਦਾ ਪ੍ਰੋਗਰਾਮ ਕੀਤਾ। ਚੰਗੀ ਗੱਲ ਆ, ਕਿਉਂਕਿ ਜੇ ਆਪਾਂ ਸਹੀ ਸਲਾਮਤ ਤੰਦਰੁਸਤ ਰਵਾਂਗੇ ਤੇ ਗੁਰੂ ਸਾਹਿਬ ਦੇ ਜਿਹੜੇ ਸਮਾਗਮ ਹੈ ਆਉਂਦੇ ਰਹਿਣੇ ਆ। ਹੁਣ ਵੀ ਆਉਣਗੇ, ਅਗਲੇ ਸਾਲ ਵੀ ਆਉਣਗੇ। ਠੀਕ ਹੈ, ਸ਼ਤਾਬਦੀ ਸਮਾਗਮ ਬਹੁਤ ਅਹਿਮ ਰੱਖਦਾ, ਕਿਉਂਕਿ ਇਹ 100 ਸਾਲ ਬਾਅਦ ਆਉਣਾ ਹੁੰਦਾ। ਹੁਣ ਦੀ ਜਿਹੜੀ ਪੀੜ੍ਹੀ ਆ ਅਗਲੇ 100 ਸਾਲ ਤੱਕ ਰਹਿੰਦੀ ਨਹੀਂ ਰਹਿੰਦੀ, ਖੁਦਾ ਜਾਣਦਾ। ਪਰ ਉਹਨੂੰ ਮਨਾਉਣ ਜੋਗੇ ਰਵਾਂਗੇ ਤਾਂ ਹੀ ਆਪਾਂ ਅਗਲਾ ਕੋਈ ਸਮਾਗਮ ਮਨਾ ਸਕਣਗੇ। ਚੰਗੀ ਗੱਲ ਆ ਵੀ ਇਹੋ ਜਿਹੇ ਕੰਮ ਕਰਨੇ ਆ। ਪਰ ਜਦੋਂ ਉਧਰ ਨੂੰ ਜਾਂਦੇ ਆ, ਯੂਪੀ ਵੱਲ ਨੂੰ, ਹਰਿਦੁਆਰ ਨੂੰ, ਪ੍ਰਯਾਗ ਰਾਜ ਨੂੰ, ਤਾਂ ਫਿਰ ਉੱਥੋਂ ਫਿਰ ਲੋਕਾਂ ਦੇ ਮਨ 'ਚ ਇਹੀ ਆਉਂਦਾ ਵੀ ਜਿਵੇਂ ਸਿਆਸੀ ਰੈਲੀਆਂ ਚੱਲਦੀਆਂ ਰਹੀਆਂ, ਉਸੇ ਤਰ੍ਹਾਂ ਹੀ ਇੱਥੇ ਇਹਨਾਂ ਨੇ ਕੋਈ ਅੰਕੁਸ਼ ਨਹੀਂ ਲਗਾਇਆ, ਜਿਹਦੇ ਕਰਕੇ ਜਿੱਥੋਂ ਵੀ ਲੋਕ ਉਹ ਰਾਜਾਂ 'ਚ ਗਏ ਮੁੜ ਕੇ, ਉੱਥੇ ਉਹਨਾਂ ਨੇ ਆਪਦੇ ਤੌਰ ਤੇ ਸਖਤੀ ਕੀਤੀ ਆ ਵੀ ਤੁਸੀਂ 14 ਦਿਨ ਕੁਆਰੰਟੀਨ ਕਰਨਾ, ਉਹਨਾਂ ਚਿਰ ਬਾਹਰ ਨਹੀਂ ਆਉਣਾ। ਇਹ ਤੋਂ ਚੰਗਾ ਹੁੰਦਾ ਜੇ ਪਹਿਲਾਂ ਹੀ ਆਪਾਂ ਕਰ ਲੈਂਦੇ। ਹੁਣ ਦੋਸ਼ ਤਾਂ ਇਹ ਵੀ ਲੱਗ ਰਿਹਾ ਵੀ ਭਾਰਤ ਵਿੱਚ ਮੌਤਾਂ ਦੇ ਅੰਕੜੇ ਜਿਹੜੇ ਆ ਉਹ ਘੱਟ ਕਰਕੇ ਦੱਸੇ ਜਾ ਰਹੇ ਆ।
ਛੁਪਾਏ ਜਾ ਰਹੇ ਆ। ਜੀ ਅਮਰੀਕਾ ਦੀ ਬਹੁਤ ਵੱਡੀ ਅਖਬਾਰ ਆ ਨਿਊਯਾਰਕ ਟਾਈਮਸ, ਜੀ ਜਿਹਨੇ ਇੱਕ ਦਿਨ ਪਹਿਲਾਂ ਹੀ ਇੱਕ ਰਿਪੋਰਟ ਛਾਪੀ ਸੀ ਕਿ ਜਿੰਨੀ ਗਿਣਤੀ ਮੌਤਾਂ ਦੀ ਦੱਸ ਰਹੇ ਆ ਜਾਂ ਮੀਡੀਆ 'ਚ ਆ ਰਹੀ ਆ ਜੀ ਉਹਦੇ ਨਾਲੋਂ 4-5 ਗੁਣਾ ਵੱਧ ਆ। ਜੀ ਇਹਦੇ ਵਿੱਚ ਦੋ ਕਾਰਨ ਜ਼ਰੂਰ ਹੋ ਸਕਦੇ ਆ। ਜੀ ਇੱਕ ਤਾਂ ਸਰਕਾਰ ਨੂੰ ਇਹ ਹੋਣਾ ਪਏ ਜੇ ਆਪਾਂ ਇਹਦੀ ਗਿਣਤੀ ਪੂਰੀ ਦੀ ਪੂਰੀ ਦੱਸ ਦਈਏ ਤੇ ਇਹਦੇ ਨਾਲ ਦਹਿਸ਼ਤ ਬਹੁਤ ਫੈਲ ਜਾਣੀ। ਜੀ ਦੁਨੀਆ 'ਚ ਡਰ ਦੇਸ਼ ਵਾਸੀਆਂ 'ਚ ਪੂਰੇ ਇੰਡੀਆ 'ਚ ਇੰਨਾ ਕੁ ਫੈਲ ਜਾਣਾ ਵੀ ਉਹ ਪਤਾ ਨਹੀਂ ਹੁੰਦਾ ਵੀ ਮਾਨਸਿਕ ਸਥਿਤੀ ਕਿਵੇਂ ਦੀ ਬਣ ਜਾਊਗੀ। ਜੀ ਚਲੋ ਇਹ ਪੱਖ ਤਾਂ ਮੰਨਿਆ। ਹਾਂ ਇਹ ਤਾਂ ਠੀਕ ਹੈ, ਮੈਂ ਤੁਹਾਨੂੰ ਟੋਕਰੀਆਂ ਦੇ ਲਈ ਮਾਫੀ ਚਾਹਾਂਗੀ। ਕਿਸੇ ਬੰਦੇ ਨੂੰ ਨਾ ਸੱਪ ਲੜ ਜਾਏ, ਜਦ ਤੱਕ ਉਹਨੂੰ ਦੱਸੋ ਨਾ ਤੇ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਕੋਈ ਹੋਇਆ। ਬਿਲਕੁਲ ਤੇ ਜਦੋਂ ਉਹਨੂੰ ਵੈਸੇ ਉਹ ਜਿੰਦਾ ਰਹੇਗਾ, ਪਰ ਜਦੋਂ ਉਹਨੂੰ ਪਤਾ ਲੱਗ ਜਾਏ ਕਿ ਤੇਰੇ ਸੱਪ ਲੜਿਆ ਸੀ ਤੇ ਫਿਰ ਉਹ ਜਿਉਂਦਾ ਜਾਗਦਾ ਵੀ ਮਰ ਜਾਂਦਾ। ਬਿਲਕੁਲ ਜੀ ਬਿਲਕੁਲ। ਇਹ ਮਾਨਸਿਕ ਦਬਾਅ ਹੁੰਦੀ ਮਾਨਸਿਕ ਪਰਿਸਥਿਤੀ ਉਦਾਂ ਦੀ ਬਣ ਜਾਂਦੀ ਆ। ਪਰ ਸਰਕਾਰ ਜੇ ਅੰਕੜੇ ਵਾਕਈ ਛੁਪਾ ਰਹੀ ਆ ਜਿੱਦਾਂ ਦੇ ਦੋਸ਼ ਲੱਗ ਰਹੇ ਆ ਤੇ ਇਹਦੇ ਵਿੱਚ ਉਹ ਲੋਕਾਂ ਨੂੰ ਜਾਗਰੂਕ ਨਹੀਂ ਹੋ ਰਿਹਾ। ਜੀ ਜੇ ਆਪਾਂ ਉਹਨੂੰ ਦੱਸਾਂਗੇ ਨਾ ਵੀ ਆਹ ਸਥਿਤੀ ਦੇਖ ਲਓ ਇਦੋਂ ਵੀ ਭਿਆਨਕ ਆ ਜਿਹੜੀ ਅਸੀਂ ਦੱਸੀ ਨਹੀਂ ਜਾਂ ਤੁਹਾਡੇ ਸਾਹਮਣੇ ਪੇਸ਼ ਨਹੀਂ ਹੋਈ, ਜੇ ਪੇਸ਼ ਕਰਤਾ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਤੇ ਹੋ ਸਕਦਾ ਲੋਕ ਹੋਰ ਡਰ ਜਾਣ। ਇਹ ਦੂਜਾ ਪਹਿਲੂ ਹੋ ਗਿਆ। ਦੋਨੇ ਤਰੀਕੇ ਨਾਲ ਆਪਾਂ ਸਰਕਾਰ ਨੂੰ ਕਹਾਂਗੇ ਵੀ ਉਹਨਾਂ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਕੇ ਮਾਹਰਾਂ ਨਾਲ ਰਾਏ ਕਰਕੇ ਦੇਖਣਾ ਚਾਹੀਦਾ ਵੀ ਠੀਕ ਹੈ ਅਸੀਂ ਅੰਕੜੇ ਲੁਕੋ ਰਹੇ ਆ, ਪਰ ਕਈਆਂ ਥਾਵਾਂ ਤੇ ਬਹੁਤ ਜ਼ਿਆਦਾ ਅੰਕੜੇ ਆ। ਜਿਵੇਂ ਮੈਂ ਦੱਸਿਆ ਭੋਪਾਲ ਦੇ ਵਿੱਚ ਵੀ ਉਹ ਕਹਿੰਦੇ ਗੈਸ ਤਰਾਸਦੀ ਵੇਲੇ ਵੀ ਇੰਨੀ ਸੰਸਕਾਰ ਨਹੀਂ ਹੁੰਦੇ ਸੀ ਸ਼ਮਸ਼ਾਨ ਘਾਟਾਂ 'ਚ ਜਿੰਨੇ ਹੁਣ ਹੋ ਰਹੇ ਆ। ਤੇ ਉਸ ਤੋਂ ਵੀ ਲੱਗਦਾ ਭਿਆਨਕ ਸਥਿਤੀ ਇਹ ਆ ਵੀ ਯੂਪੀ ਦੇ ਵਿੱਚ ਵੀ ਚਾਹੇ ਵਾਰਾਣਸੀ ਦੇਖ ਲਓ ਤੇ ਚਾਹੇ ਕਾਨਪੁਰ ਦੇਖ ਲਓ ਤੇ ਉੱਥੇ ਜਦੋਂ ਤੁਸੀਂ ਤਸਵੀਰ ਆਉਂਦੀ ਆ ਨਾ ਮੀਡੀਆ ਦੇ ਵਿੱਚ ਤੇ ਉਹ ਸਿਵੇ ਬਲਦੇ ਆ, ਤੁਸੀਂ ਤਸਵੀਰ ਰਾਹੀਂ ਉਹਨਾਂ ਸਿਵਿਆਂ ਦੀ ਗਿਣਤੀ ਨਹੀਂ ਕਰ ਸਕਦੇ। ਔਰ ਉਸ ਤੋਂ ਬਾਅਦ ਹੋਰ ਭਿਆਨਕ ਸਥਿਤੀ ਉਦੋਂ ਹੋਰ ਬਣ ਜਾਂਦੀ ਆ ਜਦੋਂ ਬਾਹਰ ਸੰਸਕਾਰ ਕਰਨ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ। ਜੀ ਬਿਲਕੁਲ ਸਰ। ਇਹ ਤਾਂ ਹੋ ਗਿਆ ਮ੍ਰਿਤਕਾਂ ਵਾਲੇ ਪਾਸੇ। ਮਰੀਜ਼ਾਂ ਦੀ ਗੱਲ ਕਰੀਏ ਤੇ ਆਪਾਂ 3-4 ਦਿਨ ਤੋਂ ਕੀ ਹਫ਼ਤਾ ਹੀ ਹੋ ਗਿਆ ਇਹੋ ਜਿਹੀਆਂ ਤਸਵੀਰਾਂ ਦੇਖਦਿਆਂ ਨੂੰ। ਸੜਕ ਦੇ ਉੱਤੇ ਹੀ ਲੰਮਾ ਪਿਆ ਮਰੀਜ਼, ਉੱਥੇ ਉਹਨੂੰ ਆਕਸੀਜਨ ਲਾਤੀ। ਕੋਈ ਬੰਦਾ ਕਾਰ ਦੇ ਵਿੱਚ ਪਿਆ, ਉੱਥੇ ਆਕਸੀਜਨ ਲਾਤੀ। ਸਾਹਾਂ ਨੂੰ ਤਰਸ ਰਹੇ ਲੋਕ ਜਿਨ੍ਹਾਂ ਨੂੰ ਹਸਪੀਟਲਾਂ ਦੇ ਬੈੱਡ ਵੀ ਨਹੀਂ ਮਿਲ ਰਹੇ ਤੇ ਉਹ ਵਿਚਾਰੇ ਆਪੋ ਆਪਣਿਆਂ ਲੋਕਾਂ ਨੂੰ ਬਚਾਉਣ ਲਈ ਮਾਰੋ ਮਾਰ ਫਿਰ ਰਹੇ ਆ। ਹੁਣ ਤੁਹਾਡੇ ਇੱਕ ਜ਼ਿਕਰ ਕੀਤਾ ਸੀਗਾ ਵੀ ਇੱਕ ਬੰਦਾ ਆਪਣੇ ਪਿਓ ਨੂੰ ਛੱਡ ਗਿਆ ਵੀ ਮੈਂ ਤੇਰੇ ਲਈ ਆਕਸੀਜਨ ਦਾ ਪ੍ਰਬੰਧ ਕਰਾਂ ਤੇ ਜਦੋਂ ਤੱਕ ਆਕਸੀਜਨ ਦਾ ਪ੍ਰਬੰਧ ਕਰਕੇ ਆਇਆ ਤੇ ਉਦੋਂ ਤੱਕ ਉਹ ਚੜ੍ਹਾਈ ਕਰ ਚੁੱਕਾ ਸੀਗਾ। ਅਗਲੀ ਗੱਲ ਇਹਦੇ ਵਿੱਚ ਵੀ ਸਿਆਸਤ ਆਉਂਦੀ ਆ। ਹੁਣ ਸਰਕਾਰ ਨੇ ਕਹਿਤਾ ਵੀ ਆਕਸੀਜਨ ਐਕਸਪ੍ਰੈਸ ਚੱਲੂਗੀ। ਆਪਾਂ ਉਧਰ ਤੁਰੇ ਨਹੀਂ ਪਰ ਮੈਂ ਲੈ ਆਂਦਾ ਵਿੱਚ ਗੱਲ। ਸਰਕਾਰ ਨੇ 3-4 ਦਿਨ ਪਹਿਲਾਂ ਕਿਹਾ ਸੀਗਾ ਵੀ ਅਸੀਂ ਜੀ ਗੱਡੀ ਪੂਰੀ ਦੀ ਪੂਰੀ ਆਕਸੀਜਨ ਕੈਂਟਰਾਂ ਨਾਲ ਭਰ ਕੇ ਭੇਜ ਦੇਣੀ ਆ ਤੇ ਇੱਕ ਥਾਂ ਤੋਂ ਦੂਜੇ ਥਾਂ ਜਾਣ ਨੂੰ ਹੱਦ ਮੰਨ ਲਓ 24 ਘੰਟੇ 36 ਘੰਟੇ ਲੱਗ ਜਾਣਗੇ। ਪਰ ਜਿਹੜੀ ਦਿੱਲੀੋਂ ਛੱਤੀਸਗੜ੍ਹ ਪਹੁੰਚੀ ਗੱਡੀ ਉਹ ਕਿੰਨੇ ਸਮੇਂ 'ਚ ਪਹੁੰਚੀ ਪਤਾ? 56 ਘੰਟਿਆਂ 'ਚ। ਓ ਮਾਈ ਗॉड। ਔਰ ਉਹ 56 ਘੰਟੇ ਕਿਉਂ ਲੱਗੇ? ਉਹਦਾ ਵੀ ਕਾਰਨ ਸਿਆਸੀ ਆ। ਰਸਤੇ 'ਚ ਲੁੱਟ ਤਾਂ ਨਹੀਂ ਪੈਗੀ ਸੀ? ਨਹੀਂ, ਲੁੱਟ ਇਸ ਕਰਕੇ ਨਹੀਂ, ਉਧਰ ਪਾਸੇ ਨੂੰ ਜਾਂਦੇ ਆਪਾਂ, ਸਿਆਸੀ ਕਾਰਨ ਆ ਉਹਦਾ। ਅੱਛਾ ਜੀ। ਤੁਰਨ ਲੱਗਿਆ ਨੇ, ਝੰਡੀ ਦਿਖਾਉਣ ਲੱਗਿਆ ਨੇ, ਫੋਟੋਆਂ ਲਾਉਣੀਆਂ ਸੀਗੀਆਂ। ਅੱਛਾ ਜੀ। ਉਹ ਫੋਟੋਆਂ ਲਾਈਆਂ। ਜਿੱਥੇ ਕਿਥੇ ਰਾਹ 'ਚ ਤੁਰਦੇ ਸੀਗੇ ਪਹੁੰਚਦੇ ਸੀਗੇ ਉੱਥੇ ਵੀ ਕਹਿੰਦੇ ਸਥਾਨਕ ਆਗੂਆਂ ਨੇ ਬੜੀ ਆਪਣੀ ਵਾਹ ਖੱਟਣੀ ਸੀਗੀ, ਉੱਥੇ ਵੀ ਉਹਨਾਂ ਲੇਟ ਕਰਤਾ। ਜਿੱਥੇ ਪਹੁੰਚਣੀ ਸੀਗੀ ਉੱਥੇ ਵੀ ਕਹਿੰਦੇ ਦੇਖੋ ਜੀ ਕੇਂਦਰ ਸਰਕਾਰ ਨੇ ਐਕਸਪ੍ਰੈਸ ਭੇਜ ਦਿੱਤੀ। ਉਹ ਰੱਬ ਦੇ ਵਾਸਤੇ ਪਹਿਲਾਂ ਬੰਦਿਆਂ ਨੂੰ ਤਾਂ ਬਚਾ ਲਓ, ਤੁਸੀਂ ਆਪਦੀ ਸਿਆਸੀ ਜਿਹੜੀ ਕਰਨੀ ਆ, ਫੋਟੋਆਂ ਤੁਹਾਡੀਆਂ ਪਤਾ ਨਹੀਂ ਕਿੰਨੀਆਂ ਕੁ ਲੱਗਦੀਆਂ ਰਹਿਣੀਆਂ। ਜਿਉਂਦੇ ਰਹੋਗੇ ਤਾਂ ਸਾਰੀ ਉਮਰ ਹੀ ਲੱਗਣਗੀਆਂ ਫੋਟੋਆਂ। ਤੇ ਜੇ ਇਹੋ ਜਿਹੇ ਹਾਲਾਤ ਬਣ ਗਏ ਤੁਹਾਡੇ ਤੱਕ ਵੀ ਗਿਰੀਬਾਨ ਤੱਕ ਪਹੁੰਚ ਗਈ ਬਿਮਾਰੀ। ਅੱਜ ਕੱਲ ਕਿਹੜਾ ਜਿਹੜਾ ਸਿਆਸੀ ਆਗੂ ਆ ਜਿਹਨੂੰ ਨਹੀਂ ਪੀੜਤ ਹੈ? ਵੱਡੇ ਵੱਡੇ ਸਿਆਸੀ ਆਗੂ ਆ, ਵੱਡੇ ਵੱਡੇ ਸ਼ਖਸੀਅਤਾਂ ਤੁਰੀਆਂ ਜਾ ਰਹੀਆਂ ਸਾਡੇ ਤੋਂ, ਜਿਹੜੇ ਕਿ ਦੇਸ਼ ਮਹਿਰੂਮ ਹੋ ਰਿਹਾ ਉਹਨਾਂ ਤੋਂ, ਚਾਹੇ ਉਹ ਸੰਗੀਤ ਵਾਦਕ ਆ, ਚਾਹੇ ਕੋਈ ਵੱਡਾ ਡਾਇਰੈਕਟਰ ਆ, ਚਾਹੇ ਵੱਡੀ ਸ਼ਖਸੀਅਤ ਆ, ਉਹ ਸਾਰੇ ਇਸ ਲਪੇਟ 'ਚ ਆ ਰਹੇ ਆ। ਤੇ ਆਪਾਂ ਇਹ ਕਿਹੜੀ ਵਾਹੋਵਾਹੀ 'ਚ ਪਏ ਆ ਵੀ ਦੇਖੋ ਜੀ ਕੇਂਦਰ ਨੇ ਗੱਡੀ ਤੋਰਤੀ ਆ, ਗੱਡੀ ਨੂੰ ਪਹੁੰਚ ਤੇ ਲੈਣ ਦਿਓ ਉੱਥੇ ਜਿੱਥੇ ਉਹਨਾਂ ਨੂੰ ਲੋੜ ਅੱਜ ਆ। ਤੁਹਾਡੀ ਗੱਡੀ ਕੱਲ ਪਹੁੰਚੀ ਤੇ ਫਿਰ ਹਾਲਾਤ ਦੇਖੋ ਕੀ ਬਣੂਗਾ। ਜਿੱਥੇ ਆਕਸੀਜਨ ਦੀ ਲੋੜ ਅੱਜ ਆ ਉਹ ਤਾਂ ਦੂਸਰੇ ਦਿਨ ਜਾ ਕੇ ਪਹੁੰਚੇ ਤੇ ਫਿਰ ਉਹਦਾ ਫਾਇਦਾ ਕੀ ਭੇਜਣ ਦਾ? ਇਹੋ ਜਿਹੇ ਹਾਲਾਤ ਤੋਂ ਬਚਣਾ ਚਾਹੀਦਾ ਸਰਕਾਰ ਨੂੰ। ਆਪਦੇ ਆਗੂਆਂ ਨੂੰ, ਆਪਣੇ ਵਰਕਰਾਂ ਨੂੰ ਇਦਾਂ ਦੇ ਸਖਤ ਹਦਾਇਤ ਕਰਨੀ ਚਾਹੀਦੀ ਆ ਵੀ ਜਿੱਥੇ ਇੱਕ ਵਾਰੀ ਤੁਰੀ ਆ ਜਾਂ ਕੋਈ ਗੱਡੀ ਜਾਂ ਕੋਈ ਕੈਂਟਰ ਗਿਆ ਹੋਇਆ ਤੇ ਰੱਬ ਦਾ ਵਾਸਤਾ ਉਹਨੂੰ ਉੱਥੇ ਤੱਕ ਪਹੁੰਚ ਲੈਣ ਦਿਓ। ਤੁਹਾਡੀਆਂ ਤਸਵੀਰਾਂ ਬਥੇਰੀਆਂ ਛਪਦੀਆਂ ਰਹਿੰਦੀਆਂ, ਹੋਰ ਛਪ ਜਾਣਗੀਆਂ। ਇਹਦੇ ਵਿੱਚ ਇਸੇ ਕਰਕੇ ਆਉਂਦਾ ਨਾ ਵੀ ਕਈ ਥਾਵਾਂ ਤੇ ਆਕਸੀਜਨ ਦੀ ਘਾਟ ਕਰਕੇ ਆਪਾਂ ਰੋਜ਼ਾਨਾ ਸੁਣਦੇ ਆ ਹਸਪੀਟਲਾਂ ਦੇ ਵਿੱਚ ਮਰੀਜ਼ਾਂ ਦੇ ਦਮ ਤੋੜਤਾ। ਤੇ ਉਹੀ ਕਹਿੰਦੇ ਨੇ ਸਾਹਾਂ ਨੂੰ ਤਰਸਦੀ ਜ਼ਿੰਦਗੀ। ਤੇ ਸਾਹ ਕਿਹਦੇ ਵਿੱਚ ਆ? ਆਕਸੀਜਨ ਦੇ ਸਿਲੰਡਰ ਦੇ ਵਿੱਚ। ਤੇ ਆਕਸੀਜਨ ਦੇ ਸਿਲੰਡਰ ਦੇ ਵਿੱਚ ਸਿਆਸਤ ਹੋ ਰਹੀ ਆ, ਪਲੱਸ ਜਮਾਖੋਰੀ ਹੋ ਰਹੀ ਆ।
ਜਿੱਥੇ 10-12 ਹਜ਼ਾਰ ਦਾ ਸਿਲੰਡਰ ਇੱਕ ਆਸਾਨੀ ਨਾਲ ਮਿਲ ਜਾਂਦਾ, ਉੱਥੇ ਤਾਂ ਹੁਣ ਖਬਰਾਂ ਇਹ ਵੀ ਆ ਰਹੀਆਂ ਵੀ 30-30 ਹਜ਼ਾਰ ਨੂੰ ਦੇ ਰਹੇ ਆ। ਜੀ ਇਹੋ ਜਿਹੇ ਬੰਦੇ ਜਿਹੜੇ ਪੈਸੇ ਕਮਾਉਂਦੇ ਆ ਉਹ ਕੀ ਕਰਨਗੇ ਇਦਾਂ ਦਾ ਕਰਕੇ। ਇਸੇ ਮਾਮਲੇ ਤੇ ਆਪਾਂ ਪਰਤਾਂਗੇ, ਪਰ ਇਸ ਦੌਰਾਨ ਮੇਰੇ ਮਨ 'ਚ ਨਾ ਇੱਕ ਸਵਾਲ ਹੈ। ਹਾਈ ਕੋਰਟ ਨੇ ਦਬਕਾ ਮਾਰ ਕੇ ਕਿਹਾ ਕਿ ਫਾਂਸੀ ਤੇ ਟੰਗ ਦਿਆਂਗੇ ਜਿਹੜੇ ਆਕਸੀਜਨ ਨੂੰ ਰੋਕ ਕੇ ਰੱਖਣਗੇ। ਜੀ ਤੇ ਉਹ ਬਿਲਕੁਲ ਦਬਕੇ ਜੀ, ਦੀ ਤਾਕਤ ਕਿੰਨੀ ਕੁ ਨਜ਼ਰ ਆ ਰਹੀ ਹੈ ਤੁਹਾਨੂੰ? ਜੱਜਾਂ ਦਾ ਗੁੱਸਾ ਜਾਇਜ਼ ਆ ਜੀ, ਅਦਾਲਤਾਂ ਦਾ ਗੁੱਸਾ ਜਾਇਜ਼ ਆ, ਕਿਉਂਕਿ ਉਹ ਸਥਿਤੀ ਨੂੰ ਭਾਂਪ ਰਹੇ ਆ। ਜੀ, ਉਹ ਦੇਖ ਰਹੇ ਆ ਕਿ ਇਹਦੇ ਵਿੱਚ ਵੀ ਸਿਆਸਤ ਹੋ ਰਹੀ ਆ ਜਿੱਥੇ ਮਨੁੱਖੀ ਜਾਨਾਂ ਦੀ ਜਾ ਰਹੀਆਂ ਆ। ਜੀ, ਇਸੇ ਕਰਕੇ ਉਹਨਾਂ ਨੇ ਜਦੋਂ ਪਤਾ ਲੱਗਾ ਕਿ ਵੱਖ-ਵੱਖ ਰਾਜਾਂ ਤੋਂ ਕਿੱਥੇ ਜਿਹੜੇ ਸਪਲਾਈ ਆਕਸੀਜਨ ਦੀ ਹੁੰਦੀ ਸੀਗੀ, ਉੱਥੇ ਰਾਸਤੇ ਦੇ ਵਿੱਚ ਜਾਂ ਤਾਂ ਰੋਕਤਾ ਗਿਆ, ਜੀ, ਜਾਂ ਉਹਨੂੰ ਡਾਈਵਰਟ ਕਰਤਾ ਗਿਆ, ਜੀ। ਤੇ ਜਾਂ ਇਹ ਦੇਖਿਆ ਗਿਆ ਕਿ ਅਗਲੇ ਸਟੇਟ 'ਚ ਜਿੱਥੇ ਜਾਣਾ ਇਹ ਜੀ, ਟੈਂਕਰ ਜਾਣਾ ਜਿਹੜਾ ਆਕਸੀਜਨ ਦਾ, ਜੀ। ਉਸ ਰਾਜ 'ਚ ਸਰਕਾਰ ਕਿਹਦੀ ਆ। ਜੀ, ਇਸ ਕਰਕੇ ਜਿਹੜਾ ਹਾਈ ਕੋਰਟ ਆ ਦਿੱਲੀ ਦਾ, ਉਹਨੇ ਬੜਾ ਵੱਡਾ ਦਬਕਾ ਮਾਰਿਆ ਜੀ, ਵੀ ਜੇ ਕਿਸੇ ਨੇ ਵੀ ਸਪਲਾਈ ਆਕਸੀਜਨ ਦੇ ਵਿੱਚ ਰੁਕਾਵਟ ਬਣਦੀ ਦਿਸੀ ਜਾਂ ਬਣਾਈ ਜਾਂ ਰੁਕਾਵਟ ਪਾਈ, ਜੀ, ਤੇ ਉਹਨੂੰ ਸਿੱਧਾ ਹੀ ਕਹਿਤਾ ਫਾਹੇ ਟੰਗ ਦਾਂਗੇ। ਜੀ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਹਜੇ ਲਹਿਰਾਂ 'ਚ ਹੀ ਰੁੱਝੇ ਹੋ ਆ, ਜੀ, ਵੀ ਖਰੇ ਲਹਿਰ ਹੀ ਆ, ਜੀ। ਇਹਨੂੰ ਸੁਨਾਮੀ ਕਿਉਂ ਨਹੀਂ ਕਹਿੰਦੇ। ਜੀ, ਇਦੋਂ ਪਰੇ ਹੋਰ ਸੁਨਾਮੀ ਕਿੱਦਾਂ ਦੀ ਹੋ ਸਕਦੀ ਆ ਵੀ ਜਿਹਨੂੰ ਤੁਸੀਂ ਹਜੇ ਤੱਕ ਗੰਭੀਰਤਾ ਨਾਲ ਨਹੀਂ ਲਿਆ। ਜੀ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਦਬਕਾ ਮਾਰਿਆ ਸੀਗਾ ਹਾਈ ਕੋਰਟ ਨੇ। ਜੀ। ਉਸੇ ਦਬਕੇ ਕਰਕੇ ਹੀ ਦਿੱਲੀ ਵੱਲ ਨੂੰ ਇਹ ਆਕਸੀਜਨ ਦੀ ਸਪਲਾਈ ਚੱਲੀ ਸੀਗੀ। ਦਿੱਲੀ ਦੇ ਹਾਲਾਤ ਵਾਕਿਆ ਹੀ ਬਹੁਤ ਮਾੜੇ ਆ। ਜੀ, ਉੱਥੇ ਇੰਡਸਟਰੀ ਕੋਈ ਨਹੀਂ, ਜੀ, ਆਕਸੀਜਨ ਦਾ ਪਲਾਂਟ ਕੋਈ ਨਹੀਂ। ਜੀ। ਇਸੇ ਕਰਕੇ ਆ ਪਏ ਉਹਨਾਂ ਨੂੰ ਆਕਸੀਜਨ ਦੇ ਬਾਹਰਲੇ ਸੂਬਿਆਂ ਤੋਂ ਭੇਜਣੀ ਪੈ ਰਹੀ ਆ। ਜੀ। ਤੇ ਉਹਦਾ ਕੋਟਾ ਪਹਿਲਾਂ ਵਾਂਗੂ ਮੈਂ ਵੀ ਕਿਹਾ ਸੀਗਾ ਕਿ ਸਰਕਾਰਾਂ ਕੇਂਦਰ ਕਰਦੀਆਂ ਨਿਰਧਾਰਤ, ਜੀ। ਤੇ ਕੇਂਦਰ ਦਾ ਕੋਟਾ ਨਿਰਧਾਰਤ ਕਰਦੇ ਆ ਤਾਂ ਜਦੋਂ ਉਹਨਾਂ ਨੂੰ ਲੱਗਦਾ ਕਿ ਮਰੀਜ਼ਾਂ ਦੀ ਗਿਣਤੀ ਵੱਧ ਗਈ, ਜੀ। ਹਸਪੀਟਲ ਭਰ ਗਏ, ਤੇ ਉਹ ਕੋਟਾ ਫਟਾਫਟ ਵਧਾਉਣਾ ਚਾਹੀਦਾ। ਪਰ ਅਦਾਲਤ ਦੇ ਦਬਕੇ ਤੋਂ ਬਾਅਦ ਸਰਕਾਰ ਜਾਗੀ ਆ, ਜੀ। ਫੇਰ ਵੀ ਸ਼ੁਕਰ ਹੈ ਜਾਗੀ ਆ, ਮਨੁੱਖੀ ਜਾਨ ਤਾਂ ਬਚਣੀ ਚਾਹੀਦੀ ਆ। ਤੇ ਜਾ ਕੇ ਉਹਨੇ ਐਲਾਨ ਕੀਤਾ ਹੈ ਕਿ ਕਿੰਨੇ ਕੁ ਅਸੀਂ ਆਕਸੀਜਨ ਪਲਾਂਟ ਲਾਉਣੇ ਤੇ ਕਿੱਥੇ-ਕਿੱਥੇ ਲਾਉਣੇ ਨੇ। ਜੀ ਇਹਦੇ ਬਾਰੇ ਕੀ ਬਿਲਕੁਲ ਆਖਿਆ? ਬਿਲਕੁਲ ਜੀ, ਦੇਖੋ ਇਹਦੇ ਵਿੱਚ PM ਕੇਅਰ ਫੰਡ ਜਿਹੜਾ ਸ਼ੁਰੂ ਕੀਤਾ ਸੀਗਾ ਜੀ। ਪਿਛਲੇ ਸਾਲ, ਬੜੇ ਲੋਕਾਂ ਨੇ ਇਹਦੇ ਪ੍ਰਤੀ ਬੜੀ ਸੁਹਿਰਦਤਾ ਦਿਖਾਈ ਸੀਗੀ, ਦਾਨ ਪੁੰਨ ਪੈਸਾ ਬਹੁਤ ਜਮ੍ਹਾਂ ਕਰਤਾ ਸੀਗਾ। ਜੀ, ਉਸ PM ਕੇਅਰ ਫੰਡ ਦੇ ਉੱਤੇ ਸਵਾਲ ਲੱਗਣੇ ਸ਼ੁਰੂ ਹੋ ਗਏ ਸੀਗੇ ਕਿ ਉਹ ਪੈਸਾ ਕਿੱਥੇ ਗਿਆ। ਜੀ, ਹੁਣ ਉਹ ਗੱਲ ਆਈ ਆ ਕਿ ਉਹਨਾਂ PM ਕੇਅਰ ਫੰਡਾਂ ਦੇ ਵਿੱਚੋਂ ਜੀ। ਆਕਸੀਜਨ ਪਲਾਂਟ ਲਗਾਉਣੇ ਆ ਜੀ। ਤੇ ਆਕਸੀਜਨ ਪਲਾਂਟ ਕਿੰਨੇ ਲੱਗਣੇ ਨੇ, ਕਿੰਨਾ ਫੰਡ ਜਾਰੀ ਹੋਣਾ, ਇਹਦੇ ਬਾਰੇ ਤੁਹਾਡੇ ਕੋਲੋਂ ਹੀ ਜਾਣਾਂਗੇ ਪ੍ਰੈਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਗਿਣਤੀ ਦੀ ਗੱਲ ਕਰ ਰਹੇ ਸੀ ਵੀ ਕਿੱਥੇ-ਕਿੱਥੇ ਆਕਸੀਜਨ ਪਲਾਂਟ ਲੱਗਣੇ ਨੇ ਤੇ ਗਿਣਤੀ ਕਿੰਨੀ ਕੁ ਹੈ ਉਹਨਾਂ ਦੀ। ਦੇਖੋ ਜੀ, ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਕੱਲ ਫੈਸਲਾ ਕੀਤਾ ਸਰਕਾਰ ਨੇ, ਜੀ, 551 ਆਕਸੀਜਨ ਪਲਾਂਟ ਲੱਗਣੇ ਆ ਹਰ ਜ਼ਿਲ੍ਹਾ ਹਸਪਤਾਲ ਦੇ ਵਿੱਚ। 551 ਕਿਤੇ ਸ਼ਗਨ ਵਾਲੀ ਗੱਲ ਤਾਂ ਨਹੀਂ ਕਰਦੇ ਮੈਨੂੰ ਪਏ? ਲੱਗਦਾ ਜੀ ਇਹ ਸ਼ਗਨ ਵੱਲ ਨੂੰ ਤੁਰਦੇ ਆ, ਕਿਉਂਕਿ ਇਹ ਕਾਫੀ ਧਾਰਮਿਕ ਬਿਰਤੀ ਵਾਲੇ ਹੋ ਜਾਂਦੇ ਆ। ਚਲੋ ਆਪਾਂ ਉਧਰਲੇ ਪਾਸੇ ਨਾ ਜਾਈਏ, ਠੀਕ ਹੈ, 551 ਵੀ ਲਾ ਦੇਣ, ਵੱਡੀ ਗੱਲ ਆ ਬਹੁਤ। ਜੀ। ਤੇ ਇਹ ਲੱਗਣੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਹੜੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ, ਤਾਂ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਵੇ। ਆਉਣ ਵਾਲੇ ਸਮੇਂ ਦੇ ਵਿੱਚ ਲੱਗਣਗੇ ਕਦੋਂ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ 162 ਆਕਸੀਜਨ ਪਲਾਂਟਾਂ ਦੀ ਗੱਲ ਕੀਤੀ ਸੀਗੀ। ਜੀ, ਉਹਦੀ ਵੀ ਹਜੇ ਮੌਜੂਦਾ ਸਥਿਤੀ ਕੀ ਆ, ਕਿੰਨੇ ਕੁ ਲੱਗ ਗਏ ਆ, ਜੀ। ਕਿੰਨੇ ਲੱਗਣੇ ਰਹਿੰਦੇ ਆ, ਕਿੱਥੇ-ਕਿੱਥੇ ਲੱਗੇ ਆ, ਉਹਦੀ ਵੀ ਜਾਣਕਾਰੀ ਸਰਕਾਰ ਨੇ ਅਜੇ ਦੇਣੀ ਆ। ਤਾਂ 100 ਪਲਾਂਟਾਂ ਦਾ ਮੇਰੇ ਖਿਆਲ ਹੋਰ ਵੀ ਜ਼ਿਕਰ ਕੀਤਾ ਸੀਗਾ। ਜੀ, PM ਕੇਅਰ ਫੰਡ ਦੇ ਵਿੱਚੋਂ ਪਿਛਲੇ ਸਾਲ ਵੀ ਇਹ ਰੌਲਾ ਪਿਆ ਸੀਗਾ ਕਿ ਅਸੀਂ ਇਹ ਫੰਡ ਜਿਹੜਾ ਵੈਂਟੀਲੇਟਰ ਲਿਆਉਣ ਨੂੰ ਲਾਵਾਂਗੇ, ਜੀ, ਆਕਸੀਜਨ ਪਲਾਂਟ ਲਿਆਉਣ ਨੂੰ ਲਾਵਾਂਗੇ। ਜੀ, ਤੇ ਕਿੰਨਾ ਚੰਗਾ ਹੁੰਦਾ। ਤੇ ਜੇ ਸਾਡੇ ਜਿਹੜੇ ਉਦਯੋਗਪਤੀ ਆ, ਬਹੁਤ ਵੱਡੇ ਉਦਯੋਗਪਤੀ ਇੰਡੀਆ ਦੇ ਤਾਂ ਹੈਗੇ, ਏਸ਼ੀਆ 'ਚ ਵੀ ਨਾਂ ਆ ਤੇ ਵਰਲਡ 'ਚ ਵੀ ਨਾਂ ਆ, ਜੀ, ਉਹ 592 ਕਰੋੜ ਦਾ ਘਰ ਇੰਗਲੈਂਡ 'ਚ ਖਰੀਦ ਰਹੇ ਆ। ਜੀ, ਤੇ ਜੇ ਉਹੀ 592 ਕਰੋੜ ਦਾ ਇੱਥੇ ਬਹੁਤ ਵੱਡਾ ਹਸਪੀਟਲ ਬਣ ਸਕਦਾ, ਜੀ, ਜੇ ਉਹ ਬਣਾ ਦਿੰਦੇ, ਤੇ ਉਹਦੇ ਨਾਲ ਇੱਕ ਤਾਂ ਮਰੀਜ਼ਾਂ ਦੇ ਲਈ ਰਾਹਤ ਦੀ ਗੱਲ ਹੁੰਦੀ, ਜੀ, ਦੂਜਾ ਉੱਥੇ ਰੁਜ਼ਗਾਰ ਬਹੁਤ ਮਿਲਦਾ, ਜੀ, ਡਾਕਟਰਾਂ ਨੂੰ ਵੀ ਅਸਾਮੀਆਂ ਮਿਲਦੀਆਂ, ਕੰਮ ਮਿਲਦਾ, ਜੀ, ਤੇ ਇਹ ਦੇਸ਼ ਲਈ ਚੰਗੀ ਗੱਲ ਹੁੰਦੀ ਆ। ਉਹ ਪਾਸਾ ਦੂਜਾ ਛੱਡ ਦਈਏ। PM ਕੇਅਰ ਫੰਡ ਵੱਲ ਨੂੰ ਜਾਣਾ, ਪਿੱਛੇ ਜੇ ਇੱਕ ਮੀਡੀਆ 'ਚ ਰਿਪੋਰਟ ਆਈ ਸੀਗੀ ਵੀ PM ਕੇਅਰ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਨ ਦੇ ਵਿੱਚ ਇੰਨੇ ਲੋਕਾਂ ਨੇ ਰੁਚੀ ਦਿਖਾਈ ਸੀਗੀ ਵੀ ਛੋਟੇ-ਛੋਟੇ ਬੱਚੇ ਜਿਹੜੇ ਸੀਗੇ ਨਾ, ਜੀ, ਉਹਨਾਂ ਨੂੰ ਵੀ ਲੱਗਣ ਲੱਗ ਪਿਆ ਸੀਗਾ ਵੀ ਹਾਂ ਵੀ ਕਰੋਨਾ ਦਾ ਕਾਲ ਆ, ਇਹਦੇ ਵਿੱਚ ਆਪਾਂ ਜਿੰਨੇ ਪੈਸੇ ਸਰਕਾਰ ਕੋਲ ਜਮ੍ਹਾਂ ਕਰਾਈਏ ਤੇ ਇਹਦੇ ਨਾਲ ਥੋੜਾ ਬਹੁਤ ਰਾਹਤ ਮਿਲੂਗੀ। ਇਹਦੇ ਲਈ ਇਹਦੇ ਨਾਲ ਸਰਕਾਰ ਕੁਛ ਨਾ ਕੁਛ ਲੋਕਾਂ ਲਈ ਕਰੂਗੀ। ਜੀ, ਦਿੱਲੀ ਦੀ ਇੱਕ ਬੱਚੀ ਸੀਗੀ, ਜੀ, ਜਿਹਨੇ ਆਪਣਾ ਜਿਹੜਾ ਗੋਲਕ ਬਣਾਈ ਹੋਈ ਸੀ, ਤੇ ਉਹਦੇ ਵਿੱਚ ਦੱਸਦੇ ਆ ਵੀ 5100 ਰੁਪਏ ਜਮ੍ਹਾਂ ਸੀਗੇ। ਜੀ, ਉਹਨੇ ਉਹ ਗੋਲਕ ਤੋੜ ਕੇ ਉਹ 5100 ਰੁਪਏ, ਕਿਉਂਕਿ ਬੱਚੇ ਜਿਹੜੇ ਉਹ ਪੈਸੇ ਜਮ੍ਹਾਂ ਕਰਦੇ ਆ ਆਪਣੇ
ਕੰਮ ਲਈ, ਆਪਣੀ ਚੀਜ਼ਾਂ ਖਰੀਦਣ ਲਈ ਜਾਂ ਇੰਜੋਏ ਕਰਨ ਲਈ ਹੁੰਦਾ। ਬੱਚਿਆਂ ਨੂੰ ਇੱਕ ਆਦਤ ਪੈ ਜਾਂਦੀ ਹੈ, ਔਰ ਲੜਕੀਆਂ ਖਾਸ ਕਰਕੇ ਪੈਸੇ ਜੋੜਨ ਦੇ ਵਿੱਚ ਸਭ ਤੋਂ ਮੋਹਰੇ ਹੁੰਦੀਆਂ ਜੀ। ਲੜਕੇ ਬੇਸ਼ੱਕ ਅਜੇ ਨਹੀਂ ਉਹਨਾਂ ਕਰਦੇ, ਪਰ ਉਸ ਲੜਕੀ ਨੇ 5100 ਜੋੜ ਲਏ ਸੀਗੇ ਔਰ ਉਹਨੇ ਇੱਕਦਮ ਆਪਣੇ ਪਾਪਾ ਨੂੰ ਕਿਹਾ ਵੀ ਇਹ PM ਕੇਅਰ ਫੰਡ 'ਚ ਮੈਂ ਜਮ੍ਹਾਂ ਕਰਾਉਣੇ ਆ ਜੀ। ਤੇ ਤਰਾਸਦੀ ਇਹ ਆ ਜੀ ਵੀ ਅੱਜ ਲੈ ਲਓ ਜਾਂ 2 ਦਿਨ ਪਹਿਲਾਂ ਜਦੋਂ ਮੈਂ ਮੀਡੀਆ 'ਚ ਖਬਰ ਦੇਖੀ ਜੀ ਵੀ ਉਹ ਬੱਚੀ ਜਿਹੜੀ ਆ ਆਕਸੀਜਨ ਨੂੰ ਤਰਸ ਰਹੀ ਆ। ਜੀ। ਉਹਦਾ ਪਾਪਾ ਟੈਲੀਵਿਜ਼ਨ ਚੈਨਲ ਤੇ ਲਾਈਵ ਹੋ ਕੇ ਕਹਿ ਰਿਹਾ ਵੀ ਮੇਰੀ ਬੱਚੀ ਉਹੀ ਆ ਜੀ। ਜਿਹਨੇ 5100 ਰੁਪਏ ਆਪਣੇ ਗੋਲਕ ਤੋੜ ਕੇ PM ਕੇਅਰ ਫੰਡ 'ਚ ਦਿੱਤੇ ਸੀ। ਜੀ। ਅੱਜ ਉਹਨੂੰ ਆਕਸੀਜਨ ਦਾ ਸਿਲੰਡਰ ਨਹੀਂ ਮਿਲ ਰਿਹਾ। ਕਿਰਪਾ ਕਰਕੇ ਰੱਬ ਦਾ ਵਾਸਤਾ ਆਕਸੀਜਨ ਦਾ ਸਿਲੰਡਰ ਦੇ ਦਿਓ। ਖੁਦਾ ਜਾਣੇ ਰਹਿਮਤ ਹੀ ਰਵੇ, ਜੀ। ਮਿਲ ਗਿਆ ਹੋਵੇ ਉਹਨੂੰ ਆਕਸੀਜਨ ਸਿਲੰਡਰ ਜੀ। ਤੇ ਉਹ ਇਸ ਵੇਲੇ ਖੁਸ਼ਾਮਦੀਦ ਰਵੇ। ਜੀ। ਉਸ ਤੋਂ ਬਾਅਦ ਦੀ ਸਥਿਤੀ ਮੈਂ ਨਹੀਂ ਜਾਣਕਾਰੀ ਲਈ, ਮੈਨੂੰ ਪਤਾ ਨਹੀਂ ਲੱਗਾ, ਜੀ। ਪਰ ਮੈਂ ਆਸ ਕਰਦਾ ਵੀ ਉਹ ਬੱਚੀ ਸਲਾਮਤ ਰਵੇ ਜੋ ਹਾਲ ਉਸ ਦਾ ਪਿਓ ਬਿਆਨ ਕਰ ਰਿਹਾ ਸੀਗਾ। ਜੀ ਅਵਤਾਰ ਜੀ, ਮੈਨੂੰ ਇਹ ਗੱਲ ਸੁਣ ਕੇ ਨਾ ਅੱਖਾਂ 'ਚ ਹੰਝੂ ਮੈਂ ਰੋਕ ਲੈਣੇ ਜ਼ਬਰਦਸਤੀ ਕਿ ਸਾਡੇ ਸਿਆਸਤਦਾਨਾਂ ਦੇ ਅੰਦਰ ਸੀਨੇ ਵਿੱਚ ਦਿਲ ਨਹੀਂ ਹੈ ਜਾਂ ਦਿਮਾਗ ਨਹੀਂ ਹੈ। ਉਹਨਾਂ ਨੂੰ ਇਹ ਹਾਲਾਤ ਕਿਉਂ ਨਹੀਂ ਨਜ਼ਰ ਆ ਰਹੇ? ਜਦੋਂ ਸਿਆਸਤਦਾਨ ਬਣ ਜਾਂਦਾ ਨਾ ਉਹਦੇ ਦਿਲ ਵਿੱਚ ਵੀ ਸਿਆਸਤ ਹੁੰਦੀ ਆ ਜੀ ਤੇ ਦਿਮਾਗ ਵਿੱਚ ਵੀ ਸਿਆਸਤ ਹੁੰਦੀ ਆ। ਜੀ। ਸਾਰੇ ਨਹੀਂ, 100 ਚੋਂ 10% ਹੋਣਗੇ ਵੀ ਜਿਹੜੇ ਮਨੁੱਖਤਾ ਪ੍ਰਤੀ ਵਚਨਬੱਧ ਪ੍ਰਤੀਬੱਧ ਹੋਣਗੇ। ਜੀ। ਨਹੀਂ ਤਾਂ 80-90% ਜਿਹੜੇ ਸਿਆਸਤਦਾਨ ਆ ਨਾ ਉਹ ਹਰੇਕ ਪਾਸਿਓਂ ਸਿਆਸਤ ਹੀ ਭਾਲਦੇ ਆ ਜੀ। ਵੀ ਹੁਣ ਆਪਾਂ ਆਹ ਕੁਰਸੀ ਕਿਵੇਂ ਹਥਿਆ ਲਈਏ, ਜੀ। ਆਹ ਸੂਬਾ ਜਿਹੜਾ ਹੁਣ ਇੱਥੇ ਚੋਣਾਂ ਆਉਣ ਵਾਲੀਆਂ ਇੱਥੇ ਆ ਸਾਡਾ ਰਾਜ ਹੋਣਾ ਚਾਹੀਦਾ ਜੀ। ਜਾਂ ਸਾਨੂੰ ਸਾਰੇ ਸੂਬਿਆਂ 'ਚ ਰਾਜ ਹੋਣਾ ਚਾਹੀਦਾ। ਉਹ ਉਧਰ ਨੂੰ ਹੀ ਦਿਮਾਗ ਉਹਨਾਂ ਦਾ ਲੱਗਾ ਰਹਿੰਦਾ। ਜੇ ਇਦਾਂ ਦੇ ਬੰਦੇ ਸੁਹਿਰਦ ਹੋ ਜਾਣ ਮਨੁੱਖਤਾ ਪ੍ਰਤੀ ਇੰਨੇ ਕੁ ਵਧੀਆ ਤਰੀਕੇ ਨਾਲ ਕੰਮ ਕਰ ਲੈਣ, ਆਪਣੀ ਪ੍ਰਤੀਬੱਧਤਾ ਨਾਲ, ਵਚਨਬੱਧਤਾ ਨਾਲ, ਤਾਂ ਫਿਰ ਹਾਲਾਤ ਇਦਾਂ ਦੇ ਨਹੀਂ ਹੋ ਸਕਦੇ ਜਿੱਦਾਂ ਦਾ ਮੈਂ ਹੁਣ ਪਹਿਲਾਂ ਦੱਸ ਕੇ ਹਟਿਆ। ਕਿ ਉਸ ਬੱਚੀ ਪ੍ਰਤੀ ਉਦਣ ਦਾ ਹੀ ਮੇਰੇ ਮਨ 'ਚ ਵੀ ਫਿਕਰਮੰਦੀ ਬਹੁਤ ਆ ਵੀ ਉਸ ਦੇਖੋ ਮਾਸੂਮ ਜ਼ਿੰਦੜੀ ਨੇ ਕੀ ਸੋਚ ਕੇ ਦਿੱਤਾ ਹੋਊਗਾ, ਜੀ। ਇਹ ਵੀ ਮਨ 'ਚ ਆਉਂਦਾ ਜੀ। ਕਿਉਂਕਿ ਉਹ ਭੋਲਾ ਬੱਚੇ ਦਾ ਮਨ ਬਹੁਤ ਭੋਲਾ ਹੁੰਦਾ ਤੇ ਉਹਦੇ ਮਨ 'ਚ ਕਿਤੇ ਨਾ ਕਿਤੇ ਗੱਲ ਤਾਂ ਆਈ ਹੋਣੀ ਆ ਵੀ ਆਹ ਹਾਲਾਤ ਜਿਹੜੇ ਇਸ ਵੇਲੇ ਇਹ ਮੇਰੇ ਇੰਜੋਏ ਕਰਨ ਲਈ ਨਹੀਂ ਹੈਗੇ। ਜੇ ਮੈਂ ਪੈਸੇ ਜੋੜੇ ਆ ਤੇ ਉਹ ਮੇਰੇ ਇੰਜੋਏ ਕਰਨ ਲਈ ਨਹੀਂ ਹੈਗੇ। ਹੋ ਸਕਦਾ ਤਾਂ ਹੀ ਜੋੜੇ ਹੋਣ, ਪਰ ਇੱਧਰ ਲੇਖੇ ਲੱਗ ਜਾਣ। ਤੇ ਇਕੱਲੀ ਇਸ ਬੱਚੇ ਨੇ ਨਹੀਂ, ਮੈਨੂੰ ਲੱਗਦਾ ਜੇ ਆਪਾਂ ਦੇਸ਼ ਭਰ ਦੇ ਅੰਕੜੇ ਇਕੱਠੇ ਕਰੀਏ ਜਾਂ ਫਰੋਲ ਲਈਏ ਕਿਤੇ ਸੂਬਿਆਂ ਦੇ ਵਿੱਚ, ਪਤਾ ਨਹੀਂ ਇਹੋ ਜਿਹੇ ਬੱਚੇ ਕਿੰਨੇ ਹੋਣੇ ਆ ਜਿਨ੍ਹਾਂ ਨੇ ਆਪਣੇ ਵੱਲੋਂ 10-20 ਦਸਵੰਧ ਜਿੰਨਾ ਵੀ ਸਰਦਾ ਹੋਇਆ ਉਹ ਜ਼ਰੂਰ PM ਕੇਅਰ ਫੰਡ 'ਚ ਪਾਏ ਹੋਣੇ ਆ। ਵੱਡਿਆਂ ਲੋਕਾਂ ਨੇ ਤਾਂ ਬਹੁਤ ਪਾਏ ਸੀਗੇ। ਸੋ ਇੱਧਰ ਜਦੋਂ ਇਹੋ ਜਿਹੀ ਸਥਿਤੀ ਆਉਂਦੀ ਆ ਤੇ ਕੀ ਗੱਲ ਮੀਡੀਆ 'ਚ ਰਿਪੋਰਟਾਂ ਸਰਕਾਰ ਕੋਲ ਨਹੀਂ ਪਹੁੰਚਦੀਆਂ? ਜੇ ਦਿੱਲੀ ਦੀ ਸਰਕਾਰ ਕੋਲ ਇਹੋ ਜਿਹੀ ਪਹੁੰਚੀ ਸੀਗੀ ਤੇ ਘੱਟੋ ਘੱਟ ਉਸ ਬੱਚੀ ਤੱਕ ਹੀ ਪ੍ਰਬੰਧ ਕਰ ਦਿੰਦੇ। ਮੈਂ ਫੇਰ ਕਹਿੰਦਾ ਵੀ ਉਹ 2-3 ਦਿਨ ਦੀ ਗੱਲ ਆ, ਹੋ ਸਕਦਾ ਉਹ ਠੀਕ ਹੋ ਗਈ ਹੋਵੇ ਕਿਉਂਕਿ ਉਸ ਤੋਂ ਬਾਅਦ ਆਕਸੀਜਨ ਦੀ ਸਪਲਾਈ ਵੀ ਦਿੱਲੀ ਚੱਲ ਪਈ ਹੋਊਗੀ। ਠੀਕ ਹੋਣੀ ਵੀ ਚਾਹੀਦੀ ਆ, ਪਰਮਾਤਮਾ ਦੀ ਕਿਰਪਾ ਰਵੇ ਉਹਦੇ ਦੇ ਉੱਤੇ ਵੀ ਜੋ ਹਾਲਾਤ ਦਿਸਦੇ ਆ ਦਿੱਲੀ ਦੇ। ਅਵਤਾਰ ਜੀ, ਗੱਲਾਂ ਬਾਤਾਂ ਤੇ ਕਰੋਨਾ ਤੇ ਹੀ ਹੋਣੀਆਂ ਨੇ। PM ਕੇਅਰ ਫੰਡਸ ਦੀ ਗੱਲ ਹੋ ਗਈ ਹੈ ਤੇ ਹੁਣ ਖਾਲਸਾ ਏਡ ਵੀ ਇਸ ਮਾਮਲੇ 'ਚ ਆ ਗਈ ਹੈ ਜਿੱਥੇ ਉਹ ਆਕਸੀਜਨ ਦੇ ਲੰਗਰ ਲਗਾ ਰਹੀ ਹੈ। ਜੀ, ਕੀ ਆਖੋਗੇ ਇਸ ਬਾਰੇ? ਦੇਖੋ ਜੀ, ਇੱਥੇ ਤਾਂ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਵੀ ਉਹੀ 2% ਵਾਲੇ ਫਿਰ ਮੋਹਰੇ ਆ ਗਏ ਜੀ। ਕਿਉਂਕਿ ਸਿੱਖ ਕੌਮ ਜਿਹੜੀ ਹੈ 2% ਪੂਰੀ ਦੁਨੀਆ 'ਚ ਜੀ। ਤੇ ਜਦੋਂ ਇਹੋ ਜਿਹੇ ਕੰਮਾਂ 'ਚ ਮੋਹਰੇ ਆਉਂਦੀ ਤਾਂ ਫਿਰ 110% ਆਉਂਦੀ ਆ ਜੀ। ਉਹ 100 ਵੀ ਨਹੀਂ, ਉਸ ਤੋਂ ਵੀ ਗਾਹਾਂ ਵੱਧ ਜਾਂਦੀ ਆ। ਜੀ। ਤੇ ਹੁਣ ਜਦੋਂ ਆਕਸੀਜਨ ਲਈ ਹਾਹਾਕਾਰ ਮਚੀ ਹੋਈ ਆ, ਜੀ। ਵੈਂਟੀਲੇਟਰਾਂ ਲਈ ਹਾਹਾਕਾਰ ਮਚੀ ਪਈ ਆ, ਤੇ ਉਹਦੇ ਵਿੱਚ ਖਾਲਸਾ ਏਡ ਹੀ ਨਹੀਂ, ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਹੋ ਸਕਦੇ ਆ ਆਕਸੀਜਨ ਸਿਲੰਡਰਾਂ ਦੇ, ਉੱਥੇ ਉਹਨਾਂ ਨੇ ਫ੍ਰੀ ਦੇ ਲੰਗਰ ਲਾਤੇ ਆ। ਜੀ। ਜਿਹਦੇ ਵਿੱਚ ਸਭ ਤੋਂ ਪਹਿਲਾਂ ਤਸਵੀਰ ਆਈ ਸੀ ਗਾਜ਼ੀਆਬਾਦ ਦੇ ਗੁਰਦੁਆਰਾ ਸਿੰਘ ਸਭਾ ਦੀ। ਜੀ। ਉੱਥੇ ਉਹਨਾਂ ਨੇ ਪੂਰੇ ਦਾ ਪੂਰਾ ਖੋਲ੍ਹ ਦਿੱਤਾ ਸੀਗਾ ਵੀ ਜਿਹਨੂੰ ਲੋੜ ਆ ਭਾਈ ਆ ਕੇ ਲੈ ਜਾਓ। ਜੀ। ਮੈਂ ਇਹਦੇ ਵਿੱਚ ਇਕੱਲਾ ਸਿੱਖ ਕੌਮ ਨੂੰ ਨਹੀਂ ਜੋੜਾਂਗਾ, ਕਈ ਇਹੋ ਜਿਹੇ ਮਨੁੱਖਤਾ ਪ੍ਰਤੀ ਜਿਹੜੇ ਪ੍ਰੇਮ ਰੱਖਣ ਵਾਲੇ ਲੋਕ ਉਹ ਹੋਰ ਵੀ ਹੈਗੇ ਆ ਜਿਹੜੇ ਇਹਦੇ ਵਿੱਚ ਲਾਭ ਹਾਨੀ ਨਹੀਂ ਦੇਖਦੇ। ਨਹੀਂ ਤਾਂ ਆ ਜਿਹੜੀ ਗੱਲ ਮੈਂ ਦੁਬਾਰਾ ਬਾਅਦ 'ਚ ਕਹੂੰਗਾ ਵੀ ਲਾਭ ਹਾਨੀ ਦੀ ਗੱਲ, ਉਹ ਮੈਂ ਥੋੜਾ ਅੱਗੇ ਜਾ ਕੇ ਗੱਲ ਕਰਨੀ। ਲਾਭ ਹਾਨੀ ਦੀ ਗੱਲ ਇੱਥੇ ਤਾਂ ਮੈਂ ਛੇੜਦਾ ਵੀ ਕਈ ਲੋਕ ਇਦਾਂ ਦੇ ਹੈਗੇ ਜਿਹੜੇ ਲਾਭ ਹਾਨੀ ਨਹੀਂ ਦੇਖਦੇ, ਉਹ ਸਿਰਫ ਤੇ ਸਿਰਫ ਮਨੁੱਖਤਾ ਨੂੰ ਦੇਖਦੇ ਆ। ਤੇ ਇਹਦੇ ਨਾਲ ਚਾਹੇ ਸਿੱਖ ਕੌਮ ਆ ਜਾਂ ਹੋਰ ਕੋਈ ਇਹੋ ਜਿਹੇ ਫੈਕਟਰੀਆਂ ਵਾਲੇ ਇੰਡਸਟਰੀਆਂ ਵਾਲੇ ਹੈਗੇ ਆ, ਉਹਨਾਂ ਨੇ ਆਪੋ ਆਪਣੇ ਨੰਬਰ ਸੋਸ਼ਲ ਮੀਡੀਆ ਤੇ ਪਾਤੇ ਆ ਵੀ ਜਿਹਨੂੰ ਕਿਸੇ ਨੂੰ ਆਕਸੀਜਨ ਸਿਲੰਡਰ ਦੀ ਲੋੜ ਆ ਸਾਡੇ ਕੋਲ ਫ੍ਰੀ ਆਫ ਕਾਸਟ ਆ, ਲੈ ਜਾਓ। ਇਹਦੇ ਵਿੱਚ ਆਪਾਂ NGO ਦੀ ਵੀ ਲੈ ਸਕਦੇ ਗੱਲ, ਨਿੱਜੀ ਤੌਰ ਤੇ ਵੀ ਲੈ ਸਕਦੇ ਗੱਲ, ਪਰ ਸਰਕਾਰਾਂ ਨੂੰ ਵੀ ਇਹਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਵੀ ਇਹ ਸਾਡੀ ਹੀ ਮਦਦ ਕਰ ਰਹੇ ਆ। ਕਿਉਂ ਕਰ ਰਹੇ ਆ? ਵੀ ਕੋਈ ਸਰਕਾਰ ਨਾਕਾਮ ਹੁੰਦੀ ਦਿਸ ਰਹੀ ਆ। ਜੇ ਸਰਕਾਰ ਨੇ ਪਹਿਲਾਂ ਪ੍ਰਬੰਧ ਇਹੋ ਜਿਹੇ ਕੀਤੇ ਹੁੰਦੇ
ਤੇ ਹੋ ਸਕਦਾ ਇਹੋ ਜਿਹੇ ਹਾਲਾਤ ਨਹੀਂ ਬਣਦੇ। ਜੀ। ਪਰ ਗੱਲ ਤਾਂ ਇੱਥੇ ਇਹ ਵੀ ਉੱਠਦੀ ਆ ਕਿ ਕੇਂਦਰ ਸਰਕਾਰ ਨੇ ਜਨਵਰੀ ਫਰਵਰੀ ਜਿਹੜਾ 2021 ਗਿਆ, ਜੀ ਉਦੋਂ ਹੀ ਮੇਰੇ ਖਿਆਲ ਸਟੇਟਾਂ ਨੂੰ ਪੁਸ਼ਟ ਖਬਰਾਂ ਆ, ਪੁਸ਼ਟੀ ਨਹੀਂ, ਜੀ ਕਿਤੇ ਪੜ੍ਹਿਆ ਮੈਂ ਜੀ ਵੀ ਉਹਨਾਂ ਨੇ ਸਟੇਟਾਂ ਨੂੰ ਫੰਡ ਦਿੱਤੇ ਸੀਗੇ ਵੀ ਆਪੋ ਆਪਣੇ ਸਟੇਟਾਂ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਆਕਸੀਜਨ ਪਲਾਂਟ ਲੱਗ ਸਕਦੇ ਆ ਲਗਾ ਲਓ। ਅੱਛਾ ਜੀ ਪਤਾ ਨਹੀਂ ਇਹਦੇ ਵਿੱਚ ਸੱਚਾਈ ਹੈ ਕਿ ਨਹੀਂ, ਪਰ ਮੈਂ ਕਿਤੇ ਪੜ੍ਹਿਆ ਜ਼ਰੂਰ ਆ। ਜੀ ਉਹ ਫੰਡ ਸਟੇਟਾਂ ਕੋਲ ਪਹੁੰਚੇ ਹੂੰ ਕਿ ਨਹੀਂ ਪਹੁੰਚੇ, ਤੇ ਜੇ ਸਟੇਟਾਂ ਕੋਲ ਪਹੁੰਚੇ ਤਾਂ ਸਟੇਟਾਂ ਨੇ ਉਹਨਾਂ ਫੰਡਾਂ ਦਾ ਕੀਤਾ ਕੀ, ਜੀ ਆਕਸੀਜਨ ਲਾਏ ਕਿ ਨਹੀਂ ਲਾਏ, ਪਲਾਂਟ ਲੱਗੇ ਕਿ ਨਹੀਂ ਲਾਏ। ਇਹ ਸਾਰੀ ਸਥਿਤੀ ਜਿਹੜੀ ਹੁਣ ਦੀ ਤੁਰ ਰਹੀ ਹੈ ਨਾ, ਉਹਦੇ ਤੋਂ ਸ਼ੰਕਾ ਦੇ ਘੇਰੇ 'ਚ ਆਉਂਦੀ ਆ ਜੀ ਵੀ ਉਹ ਸੈਂਟਰ ਕਹਿੰਦੇ ਆ ਵੀ ਅਸੀਂ ਕਹਿਤਾ ਸੀਗਾ ਵੀ ਆਕਸੀਜਨ ਪਲਾਂਟ ਲਾਓ, ਜੀ। ਫੰਡ ਵੀ ਦੇਤੇ ਸੀਗੇ, ਜੀ। ਲੱਗੇ ਕਿਤੇ ਦਿਖਦੇ ਨਹੀਂ। ਸਟੇਟ ਸਾਰੇ ਹਾਹਾਕਾਰ ਮਚਾ ਰਹੇ ਆ। ਜੀ। ਸਟੇਟ ਤਾਂ ਇੱਥੋਂ ਤੱਕ ਕਹਿ ਰਹੇ ਆ ਵੀ ਜਿੱਥੇ ਸਾਡੀਆਂ ਉਲਟ ਸਰਕਾਰਾਂ, ਵਿਰੋਧੀ ਸਰਕਾਰਾਂ ਆ, ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ। ਜੀ ਸੋ ਇਸ ਸਾਰੀ ਸਥਿਤੀ ਦੇ ਵਿੱਚ ਜਿਹੜਾ ਖਾਲਸਾ ਏਡ ਨੇ ਕੰਮ ਸ਼ੁਰੂ ਕੀਤਾ, ਬੇਸ਼ੱਕ ਉਹ ਕੰਸਟਰਕਟਰ ਦੇ ਤੌਰ ਤੇ ਆ, ਜੀ। ਵਕਤੀ ਤੌਰ ਤੇ ਆ, ਥੋੜਾ ਬਹੁਤ ਬੰਦੇ ਨੂੰ ਰਾਹਤ ਮਿਲ ਜਾਂਦੀ ਆ। ਜੀ। ਚੰਗੀ ਗੱਲ ਹੈ ਜੇ ਕਿਸੇ ਦੀ ਆਕਸੀਜਨ ਲੈਵਲ ਜਿਹੜਾ ਆ, ਆਮ ਡਾਕਟਰਾਂ ਦੀ ਰਾਏ ਆ ਵੀ 84 ਤੋਂ ਥੱਲੇ, 85 ਤੋਂ ਥੱਲੇ ਆ ਜਾਏ ਜੀ। ਤਾਂ ਸਥਿਤੀ ਗੰਭੀਰ ਹੋ ਜਾਂਦੀ ਹੈ ਮਰੀਜ਼ ਦੀ। ਜੀ। ਜੇ 84 ਤੋਂ ਥੋੜਾ ਜਿਹਾ ਉੱਪਰ 94 95 ਰਵੇ ਤੇ ਚੰਗਾ ਰਹਿੰਦਾ। ਜੀ। ਤੇ ਹੋ ਸਕਦਾ ਜਿਹੜਾ ਇਹ ਕੰਸਟਰਕਟਰ ਆ, ਜੀ ਜਿਹੜੇ ਕਿ ਅਮਰੀਕਾ ਨੇ ਵੀ ਹੁਣ ਭੇਜਣੇ ਆ, ਹਰਦੀਪ ਪੁਰੀ ਉਹਨਾਂ ਨੇ ਅੱਜ ਹੀ ਟਵੀਟ ਕੀਤਾ ਜੀ। ਵੀ ਸਾਡਾ ਜਿਹੜਾ ਕੰਟੇਨਰ ਆ ਉੱਥੋਂ ਨਿਊਯਾਰਕ 에ਅਰਪੋਰਟ ਤੋਂ ਲੈ ਕੇ ਤੁਰ ਪਿਆ ਆ, ਜੀ। ਤੇ ਉਹਨਾਂ ਨੇ ਉਹ ਕੰਸਟਰਕਟਰ ਬੜੀ ਵੱਡੀ ਗਿਣਤੀ 'ਚ ਅਮਰੀਕਾ ਨੇ ਭੇਜਣੇ ਸ਼ੁਰੂ ਕੀਤੇ ਆ। ਉਹੀ ਕੰਸਟਰਕਟਰ ਖਾਲਸਾ ਏਡ ਨੇ ਜੀ। 4-5 ਦਿਨ ਪਹਿਲਾਂ ਲੋੜਵੰਦ ਹਸਪੀਟਲਾਂ 'ਚ ਪਹੁੰਚਾਉਣੇ ਜਾਂ ਮਰੀਜ਼ਾਂ ਨੂੰ ਦੇਣੇ ਸ਼ੁਰੂ ਕਰਤੇ ਆ। ਜੀ ਪ੍ਰਬੰਧ ਫੇਰ ਵੀ ਹਸਪੀਟਲਾਂ 'ਚ ਹੀ ਹੋਣਾ, ਜੀ। ਜਿੱਥੇ ਕਿ ਸਾਨੂੰ ਲੱਗਦਾ ਨਹੀਂ ਵੀ ਹਸਪੀਟਲ ਸਾਰੇ ਭਰੇ ਪਏ ਆ। ਇੱਥੋਂ ਤੱਕ ਕਿ ਬਾਹਰ ਉਹਨਾਂ ਨੇ ਬੋਰਡ ਲਿਖ ਕੇ ਲਾਤਾ ਕਿ ਸਾਡੇ ਕੋਲ ਮਰੀਜ਼ਾਂ ਲਈ ਜਗ੍ਹਾ ਹੈ ਨਹੀਂ, ਜੀ ਬੈੱਡ ਫੁੱਲ ਆ, ਜੀ। ਤੇ ਜੇ ਬੈੱਡ ਖਾਲੀ ਵੀ ਹੈਗੇ ਤਾਂ ਸਾਡੇ ਕੋਲ ਆਕਸੀਜਨ ਹੈ ਨਹੀਂ, ਜੀ ਤੇ ਜੇ ਆਕਸੀਜਨ ਹੈਗੇ ਆ ਤਾਂ ਗਾਹਾਂ ਲਿਖ ਦਿੰਦੇ ਵੈਂਟੀਲੇਟਰ ਹੈ ਨਹੀਂ। ਜੀ। ਇਹ ਦੋ ਚੀਜ਼ਾਂ ਕਰੋਨਾ ਦੀ ਬਹੁਤ ਵੱਡੀ ਮਾਰ ਵਾਲਾ ਕੰਮ ਸੀ, ਆਕਸੀਜਨ ਤੇ ਵੈਂਟੀਲੇਟਰ, ਜਿਹਦੇ ਕਰਕੇ ਅਸੀਂ ਬਹੁਤ ਪਛੜ ਗਏ ਆ, ਬਹੁਤ ਲੇਟ ਹੋ ਗਏ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਆਕਸੀਜਨ ਸਪਲਾਈ ਕਿੱਦਾਂ ਦੀ ਹੈ, ਹਸਪਤਾਲਾਂ ਦੀ ਸਥਿਤੀ ਕਿਹੋ ਜਿਹੀ ਹੈ, ਇਹਦੇ ਬਾਰੇ ਦੱਸ ਦਿਓ। ਦੇਖੋ, ਮੈਂ ਕੱਲ ਹੀ ਇੱਕ ਰਿਪੋਰਟ ਦੇਖ ਰਿਹਾ ਸੀਗਾ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਹਸਪੀਟਲ ਨਿੱਜੀ ਆ, ਜੀ ਉਹਨੇ 50 ਲੱਖ ਦੀ ਲਾਗਤ ਨਾਲ ਆਪ ਦਾ ਹੀ ਪਲਾਂਟ ਲਾ ਲਿਆ ਉੱਥੇ ਆਕਸੀਜਨ ਦਾ। ਜੀ ਤੇ ਉਹਨੇ ਇਹ ਨਹੀਂ ਕਿਹਾ ਵੀ ਇਹਦੇ ਵਿੱਚ ਤਰਲ ਪਦਾਰਥ ਪਾਉਨੇ ਆ ਜਾਂ ਕੋਈ ਕੈਮੀਕਲ ਪਾ ਕੇ ਆਕਸੀਜਨ ਤਿਆਰ ਕਰਦੇ ਆ। ਉਹ ਬੜਾ ਵਧੀਆ ਉਪਰਾਲਾ ਦੱਸਿਆ ਡਾਕਟਰ ਨੇ ਵੀ ਅਸੀਂ ਕੁਦਰਤੀ ਹਵਾ ਤੋਂ ਆਕਸੀਜਨ ਐਕਸਟ੍ਰੈਕਟ ਕਰਨ ਵਾਲੀ ਮਸ਼ੀਨ ਲਾਈ ਆ, ਜੀ ਜਿਹੜੀ ਕਿ ਕੁਦਰਤੀ ਆਕਸੀਜਨ ਜਿਹੜੀ ਆ ਆਪਾਂ ਹੀ ਸਾਰੇ ਲੈ। ਦਰਖਤਾਂ ਤੋਂ ਮਿਲਦੀ ਆ, ਜਿਹੜੀ ਆਮ ਐਟਮੋਸਫੇਅਰ ਤੋਂ ਮਿਲਦੀ ਆ, ਉਸ ਨੂੰ ਐਕਸਟ੍ਰੈਕਟ ਕਰਕੇ ਅਸੀਂ ਆਕਸੀਜਨ ਤਿਆਰ ਕਰਦੇ ਆ। ਜੀ। ਵੱਡੀ ਗੱਲ ਇਹ ਆ ਪਏ ਕਹਿੰਦੇ ਇੱਕ ਦਿਨ 'ਚ ਅਸੀਂ 80 ਤੋਂ 100 ਸਿਲੰਡਰ ਵਾਹ ਆਕਸੀਜਨ ਦੇ ਤਿਆਰ ਕਰ ਦਿੰਦੇ ਆ। ਬਹੁਤ ਖੂਬ। ਔਰ ਉਹਦੀ ਲਾਗਤ ਉਹਨੇ ਦੱਸਿਆ ਵੀ 50 ਲੱਖ ਰੁਪਏ ਲਾਗਤ ਨਿੱਜੀ ਹਸਪੀਟਲ ਦੀ ਆ। ਜੀ। ਇਹੋ ਜਿਹੇ ਉਪਰਾਲੇ ਜੇ ਪੰਜਾਬ ਦੇ ਹੋਰ ਹਸਪੀਟਲ ਜਿਹੜੇ ਵੱਡੇ ਵੱਡੇ ਆ ਉਹ ਕਰਨ ਲੱਗ ਪੈਣ, ਜਾਂ ਸਰਕਾਰ ਆਪਣੇ ਸਰਕਾਰੀ ਹਸਪੀਟਲਾਂ ਦੇ ਵਿੱਚ ਉਦਾਂ ਦਾ ਕੋਈ ਪ੍ਰਬੰਧ ਕਰ ਲੈਣ, ਉਦਾਂ ਦੀ ਟੈਕਨੀਕ ਅਪਣਾ ਲੈਣ, ਤਾਂ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਰਾਹਤ ਮਿਲੂਗੀ। ਕਿਉਂਕਿ ਕਰੋਨਾ ਐਡੀ ਛੇਤੀ ਖਤਮ ਹੋਣ ਵਾਲਾ ਹੈ ਨਹੀਂ ਲੱਗਦਾ, ਜਿਸ ਤਰੀਕੇ ਨਾਲ ਫੈਲ ਗਿਆ ਆ। ਜੀ ਤੇ ਇਹਦੇ ਵਿੱਚ ਜੇ ਆਪਾਂ ਪੂਰੀ ਸਥਿਤੀ ਦੇਖੀਏ ਤਾਂ ਮੈਂ ਉਹੀ ਦੱਸਿਆ ਵੀ 3,52,000 ਤੋਂ ਪਾਰ ਕਰ ਗਈ ਆ, ਜੀ 2800 ਮੌਤਾਂ ਪਾਰ ਕਰ ਗਈ ਆ। ਜੀ। ਤੇ ਪੰਜਾਬ ਦੇ ਵਿੱਚ ਵੀ ਜਿਹੜਾ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਆ, 7000 ਟੱਪ ਗਿਆ ਜੀ 24 ਘੰਟੇ ਵਾਲਾ, ਤੇ ਗਿਣਤੀ ਮੌਤਾਂ ਦੀ ਜਿਹੜੀ ਆ 100 ਨੂੰ ਪਹੁੰਚਣ ਵਾਲੀ ਆ। ਜੀ ਤੇ ਇਹਦਾ ਬਚਾਅ ਆਪਣੇ ਸਿਰ ਤੇ ਆ, ਜਿੰਨਾ ਕਰ ਲੂੰਗੇ ਉਨਾ ਥੋੜਾ। ਤੇ ਅਵਤਾਰ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕਰੋਨਾ ਤੇ ਗੱਲਬਾਤ ਚੱਲ ਰਹੀ ਹੈ, ਆਕਸੀਜਨ ਦੀ ਗੱਲ ਤੁਸੀਂ ਕੀਤੀ। ਅਸਲ ਦੇ ਵਿੱਚ ਆਕਸੀਜਨ ਦੀ ਘਾਟ ਪੈਦਾ ਕਿਉਂ ਹੋਈ, ਇਹਦਾ ਜਵਾਬ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਹਾਂ। ਜ਼ਰੂਰ ਜੀ, ਇਹਦੇ ਬਾਰੇ ਵੀ ਕਿਸੇ ਨੂੰ ਜ਼ਿਆਦਾ ਨਹੀਂ ਸੀ ਪਤਾ, ਜਦੋਂ ਤੱਕ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਇੱਕ ਕਿਸਮ ਦਾ ਦਬਕਾ ਮਾਰਿਆ ਮਨ ਕੀ ਬਾਤ ਵਿੱਚ। ਜੀ ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਜਮਾਖੋਰੀ ਕਰਕੇ ਹੋ ਰਿਹਾ। ਜੀ ਜਮਾਖੋਰੀ ਹੋਣ ਕਿਉਂ ਦਿੱਤੀ, ਕਿਹਨੇ ਦਿੱਤੀ, ਇਹ ਵੀ ਸਵਾਲ ਖੜੇ ਕਰਦੀ ਆ। ਜੀ ਤੇ ਹੁਣੇ ਜਮਾਖੋਰੀ ਕਿਉਂ ਹੋਣ ਲੱਗੀ, ਜੀ ਇਹਦੇ ਉੱਤੇ ਵੀ ਵੱਡਾ ਸਵਾਲ ਆ ਜੀ ਕਿ ਕੀ ਪਹਿਲਾਂ ਤੋਂ ਹੀ ਆਕਸੀਜਨ ਦੀ ਜਮਾਖੋਰੀ ਹੋ ਰਹੀ ਸੀ। ਅਕਸਰ ਆਪਾਂ ਦੇਖਦੇ ਹਾਂ ਜਦੋਂ ਦੇਸ਼ ਵਿੱਚ ਕਿਸੇ ਚੀਜ਼ ਦੀ ਘਾਟ ਪੈਣ ਲੱਗ ਪਵੇ ਜੀ ਜਾਂ ਬਹੁਤ ਜ਼ਿਆਦਾ ਲੋੜ ਪੈਣ ਲੱਗ ਪਵੇ, ਬਹੁਤ ਜ਼ਿਆਦਾ ਮੰਗ ਵਧਣ ਲੱਗ ਪਵੇ, ਜੀ ਤੇ ਉਦੋਂ ਹੀ ਇਹ ਸ਼ਬਦ ਨਿਕਲ ਕੇ ਆਉਂਦਾ ਜਮਾਖੋਰੀ। ਜੀ ਪਹਿਲਾਂ ਕਿਉਂ ਕਿੱਥੇ ਗਿਆ ਹੁੰਦਾ। ਤੇ ਜਿਹੜੇ ਜਮਾਖੋਰੀ ਕਰਦੇ ਆ ਉਹਨਾਂ ਤੇ ਵੀ ਵਾਰੇ ਜਾਈਏ। ਵੈਸੇ ਪਹਿਲਾਂ ਉਹਨਾਂ ਨੇ ਜਮਾ ਕੇ ਰੱਖਿਆ ਹੋਣਾ ਨਾ ਕਿਤੇ। ਮੈਂ ਉਹੀ ਕਹਿੰਦਾ ਵੀ ਜਿਹੜੇ ਜਮਾਖੋਰੀ ਕਰਦੇ ਆ ਉਹਨਾਂ ਦੇ ਵੀ ਵਾਰੇ ਜਾਈਏ, ਜੀ ਉਹਨਾਂ ਨੂੰ ਵੀ ਪਰਮਾਤਮਾ ਸਮੱਤ ਬਖਸ਼ੇ। ਜੀ ਇਹੋ ਜਿਹੇ ਹਾਲਾਤ ਵਿੱਚ ਵੀ ਜੇ ਇਦਾਂ ਦੇ ਕੰਮ ਕਰਦੇ ਆ ਜੀ ਤਾਂ ਫਿਰ ਰੱਬ ਖੈਰ ਹੀ ਕਰੇ। ਜੀ। ਖੈਰ, ਪ੍ਰਧਾਨ ਮੰਤਰੀ ਹੋਰਾਂ ਨੇ ਸਾਫ਼ ਸਟੇਟਾਂ ਨੂੰ ਕਿਹਾ
ਵੀ ਜਿਹੜੇ ਜਮਾਖੋਰੀ ਆਕਸੀਜਨ ਦੀ ਕਰ ਰਹੇ ਆ ਜੀ ਇਹਨਾਂ ਦੇ ਉੱਤੇ ਲਗਾਮ ਕੱਸੋ, ਇਹਨਾਂ ਨਕੇਲ ਕੱਸੋ, ਜੀ ਲੱਭ ਕੇ ਲਿਆਓ ਕਿੱਥੇ ਆ। ਜੀ ਪਰ ਉਹਦੇ ਵਿੱਚ ਹੋ ਰਿਹਾ, ਚਾਹੇ ਸਿਆਸੀ ਪੱਖੋਂ ਹੋ ਰਿਹਾ, ਸਿਆਸੀ ਪੁਸ਼ਤਪਨਾਹੀ ਨਾਲ ਹੋ ਰਿਹਾ, ਕਿਉਂ ਹੋ ਰਿਹਾ? ਮਾੜਾ ਜਿਹਾ ਆਪਣੀ ਜ਼ਮੀਰ ਦੇ ਤੌਰ ਤੇ ਵੀ ਲੋਕਾਂ ਨੂੰ ਜਾਗਣਾ ਪਊਗਾ ਜੇ ਇਹੋ ਜਿਹੇ ਕੰਮ ਕਰਦੇ ਆ ਜੀ ਤਾਂ ਇਕੱਲਾ ਆਕਸੀਜਨ ਦੀ ਨਹੀਂ, ਲਾਈਫ ਸੇਵਿੰਗ ਡਰੱਗ ਆ, ਜੀ ਰੈਮਸਡੀਵਰ ਵੱਲ ਨੂੰ ਵੀ ਜਾਂਦੇ ਆ। ਜੀ ਤੁਸੀਂ ਦੇਖ ਲਓ ਵੀ ਉਹ ਜਿਹੜੀ ਦਵਾਈ ਆ ਜਿਹਨੂੰ WHO ਨੇ ਉਦੋਂ ਸ਼ੁਰੂ 'ਚ ਮਾਨਤਾ ਦੇਤੀ ਸੀ 2020 'ਚ, ਜੀ ਉਦੋਂ ਤਾਂ ਕੋਈ ਸਰਕਾਰਾਂ ਇਹ ਮੰਨਣ ਨੂੰ ਤਿਆਰ ਨਹੀਂ ਸੀ ਵੀ ਨਾ ਇਹਦੇ ਨਾਲ ਕੀ ਹੋਣਾ, ਇਹ ਨਾ ਕਰੋਨਾ ਨੂੰ ਨਹੀਂ ਰਾਮ ਆ ਸਕਦਾ। ਪਰ ਜਦੋਂ ਡਾਕਟਰਾਂ ਨੇ ਇਹਨੂੰ ਵਰਤ ਕੇ ਦੇਖਿਆ ਤੇ ਬਹੁਤ ਗੰਭੀਰ ਮਰੀਜ਼ਾਂ ਦੇ ਉੱਤੇ ਉਹਦਾ ਜਿਹੜਾ ਅਸਰ ਜੀ ਕਾਫੀ ਕਾਰਗਰ ਸਾਬਤ ਹੋਇਆ ਔਰ ਮਨੁੱਖੀ ਜਾਨਾਂ ਕਾਫੀ ਬਚੀਆਂ। ਜੀ ਤੇ ਉਦੋਂ ਤੋਂ ਬਾਅਦ ਹੁਣ ਜਦੋਂ ਉਹਦੀ ਮੰਗ ਵੱਧ ਗਈ, ਜੀ 1 ਸਾਲ ਕਿਸੇ ਨੇ ਨਾਂ ਨਹੀਂ ਲਿਆ ਉਹਦਾ, ਜੀ ਹੁਣ ਇੱਕਦਮ ਜਦੋਂ ਉਹਦੀ ਮੰਗ ਵੱਧ ਗਈ ਵੀ ਹਾਂ ਵੀ ਇਹਦੇ ਨਾਲ ਕਰੋਨਾ ਮਰੀਜ਼ ਠੀਕ ਹੋਣ ਲੱਗ ਪਏ, ਜੀ ਤੇ ਜਿੱਥੇ ਉਹ ਦਵਾਈ ਜਿਹੜੀ 800,000 ਦੀ ਆਉਂਦੀ ਸੀਗੀ ਉਹ ਹੁਣ ਇੱਕਦਮ 4,000, ਕੋਈ 5,000 ਮਿਲਦੀ ਹੀ ਨਹੀਂ ਪਹਿਲੀ ਗੱਲ ਤਾਂ। ਜੀ ਤੇ ਲੋਕਾਂ ਨੇ ਜਿਹੜੀ ਆ ਉਹ ਜਿਨ੍ਹਾਂ ਕੋਲ ਹੈਗੀ ਆ ਉਹ ਦੱਬ ਕੇ ਰੱਖ ਕੇ ਬਹਿ ਗਏ। ਜੀ ਕਿਉਂ ਕਰਦੇ ਇਦਾਂ ਦੀ ਗੱਲਾਂ? ਮੈਨੂੰ ਸਮਝ ਨਹੀਂ ਲੱਗਦੀ ਵੀ ਜੇ ਤੁਸੀਂ ਰੱਬ ਨੂੰ ਜਾਣ ਉਸ ਬੰਦੇ ਨੇ ਵੀ ਦੇਣੀ ਜਿਹੜਾ ਵਿਚਾਰਾ ਮਰੀਜ਼ ਆ, ਤੇ ਰੱਬ ਨੂੰ ਜਾਣ ਤੁਸੀਂ ਵੀ ਜਣੀ, ਆਪਾਂ ਕਿਹੜਾ ਬੈਠੇ ਰਹਿਣਾ ਸਾਰੀ ਉਮਰ ਕਿਸੇ ਨੇ। ਅੱਛਾ, ਜਮਾਖੋਰੀ ਦੀ ਗੱਲ ਤਾਂ ਇੱਕ ਪਾਸੇ ਹੋ ਗਈ। ਲੋਕ ਕੀ ਕਰ ਰਹੇ ਨੇ, ਜਿਹੜਾ ਖਾਲੀ ਸ਼ੀਸ਼ੀ ਹੈ ਨਾ ਇੰਜੈਕਸ਼ਨ ਵਾਲੀ, ਉਹੀ ਕੂੜੇ ਚੋਂ ਇਕੱਠੀ ਕਰਕੇ ਤੇ ਉਹਦੇ ਚ ਗਲੂਕੋਜ਼ ਸ਼ਾਇਦ ਭਰ ਕੇ ਪਾਣੀ ਭਰ ਦਿੰਦੇ ਆ, ਪਾਣੀ ਭਰ ਕੇ ਸਪਲਾਈ ਕਰ ਰਹੇ ਨੇ। ਦੇਖੋ ਫੇ ਉਹੀ ਗੱਲ ਹੈ ਨਾ ਵੀ ਜ਼ਮੀਰ ਤੋਂ ਡਿਗੇ ਹੋਏ ਲੋਕਾਂ ਦਾ ਕੀ ਕਰੀਏ? ਜੀ ਸਾਰਾ ਕੁਝ ਆਪਾਂ ਸਰਕਾਰ ਤੇ ਹੀ ਸਿੱਟ ਦਿੰਨੇ ਆ ਜੀ ਤੇ ਆਪ ਦੀ ਆਪਾਂ ਜ਼ਮੀਰ ਨੂੰ ਨਹੀਂ ਜਗਾਉਂਦੇ ਜਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਫਿਰ ਉੱਥੇ ਫਿਰ ਸਮਾਜ ਦਾ ਕੀ ਬਣੂਗਾ? ਸਮਾਜ ਨੂੰ ਸੁਧਾਰ ਜਾਂ ਲੋਕਾਂ ਦੀ ਜਾਨ ਦਾ ਖੌਅ ਤਾਂ ਆਪੇ ਬਣਨਾ ਆ। ਜੀ ਰੈਮਸਡੀਵੇਰ ਦੀ ਜਿਹੜੀ ਇਹ ਦਵਾਈ ਆ ਇਹ ਤੁਰੀ ਤਾਂ ਉਧਰੋਂ ਸੀਗੀ ਬਾਹਰਲੇ ਦੇਸ਼ ਚੋਂ ਹੀ, ਜੀ ਉੱਥੋਂ ਪਤਾ ਲੱਗਾ ਸੀਗਾ ਵੀ ਕਾਰਗਰ ਆ। ਜੀ ਇੱਥੇ ਆ ਕੇ ਸਾਡੇ ਜਿਹੜੇ ਮਾਨਸਿਕ ਸਥਿਤੀ ਲੋਕਾਂ ਦੀ ਇਹੋ ਜਿਹੀ ਆ, ਉਹ ਇਸੇ ਤਾਕ 'ਚ ਰਹਿੰਦਾ ਜੀ ਵੀ ਮੈਨੂੰ ਮੁਨਾਫਾ ਕਿੱਥੋਂ ਮਿਲੇ, ਮੈਂ ਪ੍ਰੋਫਿਟ ਕਿੱਥੋਂ ਕਮਾਵਾਂ, ਬੇਸ਼ੱਕ ਲੋਕਾਂ ਨੂੰ ਮਾਰ ਕੇ ਕਮਾਵਾਂ। ਜੀ ਤੇ ਇਹ ਲੋਕਾਂ ਨੂੰ ਮਾਰ ਕੇ ਕਮਾਉਣ ਵਾਲੀ ਗੱਲ ਹੈ। ਵੀ ਅੱਜ ਜੇ ਤੁਸੀਂ ਕਿਤੇ ਖਬਰਾਂ ਇਹ ਵੀ ਆ ਰਹੀਆਂ ਵੀ 10,000 ਨੂੰ ਵੀ ਟੀਕਾ ਮਿਲ ਰਿਹਾ, ਜੀ ਕਿਤੇ 12,000 ਨੂੰ ਮਿਲ ਰਿਹਾ। ਹੁਣ ਜਿਹਦੇ ਤਾਂ ਆਪ ਦੇ ਇਸ ਹਾਲਤ ਵਿੱਚ ਆ ਵੀ ਉਹਨੂੰ ਐਮਰਜੈਂਸੀ ਲੋੜ ਆ, ਤੇ ਉਹ ਤੋਂ ਭਾਵੇਂ ਤੁਸੀਂ ਲੱਖ ਰੁਪਏ ਲੈ ਲਓ, ਲੱਖ ਰੁਪਏ ਦੇਣ ਨੂੰ ਵੀ ਤਿਆਰ ਹੋਊਗਾ, ਪਰ ਉਹਦੇ ਵਿੱਚ ਬੰਦੇ ਦੀ ਮਨੁੱਖਤਾ ਤਾਂ ਗਈ ਨਾ, ਖਤਮ ਹੋ ਗਈ। ਜੀ ਉਸ ਬੰਦੇ ਨੇ ਤਾਂ ਆਪ ਦੇ ਕਿਸੇ ਮਾਂ ਪਿਓ ਭਰਾ ਭੈਣ ਨੂੰ ਬਚਾਉਣ ਲਈ ਲੱਖ ਰੁਪਇਆ ਵੀ ਦੇਣ ਨੂੰ ਤਿਆਰ ਹੈ, ਸੁੱਟ ਦਿੱਤਾ ਉਹਨੇ ਕਿ ਮੇਰੇ ਜਾਨ ਬਚਣੀ ਚਾਹੀਦੀ ਹੈ, ਬੇਸ਼ੱਕ ਜਿੱਦਾਂ ਮਰਜ਼ੀ ਹੋਵੇ। ਹਾਂ, ਪੈਸੇ ਤਾਂ ਫਿਰ ਵੀ ਕਮਾਏ ਜਾ ਸਕਦੇ। ਉਸ ਬੰਦੇ ਦੀ ਜ਼ਮੀਰ ਕਿੱਥੇ ਜਾਊਗੀ ਜਿਸ ਬੰਦੇ ਨੇ ਲੱਖ ਰੁਪਇਆ ਲਿਆ ਹੋਊਗਾ? ਜੀ ਇਹ ਰੱਬ ਹੀ ਜਾਣਦਾ। ਇਹੋ ਜਿਹੇ ਕੰਮਾਂ ਨੂੰ ਪਹਿਲਾਂ ਹੀ ਸਰਕਾਰਾਂ ਨੂੰ ਲਗਾਮ ਕੱਸਣੀ ਚਾਹੀਦੀ ਆ। ਜੀ ਸ਼ਰਾਬ ਦੀ ਜਦੋਂ ਗੱਲ ਆਉਂਦੀ ਆ, ਜੀ ਖੰਡ ਦੀ ਗੱਲ ਆਉਂਦੀ ਆ, ਜੀ ਕਣਕ ਦੀ ਜਾਂ ਕਿਸੇ ਵੀ ਅਨਾਜ ਦੀ ਗੱਲ ਆਉਂਦੀ ਆ, ਤੇ ਉਦੋਂ ਫਿਰ ਉਹਦੇ ਇਹ ਆਉਂਦੀ ਆ ਵੀ ਮੰਗ ਵੱਧ ਗਈ, ਲੋਕ ਜਮਾਖੋਰੀ ਸ਼ੁਰੂ ਹੋ ਜਾਂਦੀ ਆ। ਖਾਦਾਂ ਦੀ ਗੱਲ ਆਉਂਦੀ ਆ, ਉਦੋਂ ਜਮਾਖੋਰੀ ਸ਼ੁਰੂ ਹੋ ਜਾਂਦੀ ਆ। ਇਹ ਐਸੀ ਬਿਰਤੀ ਲੋਕਾਂ ਦੀ ਬਣ ਗਈ ਆ ਵੀ ਉਹ ਮਨੁੱਖਤਾ ਨੂੰ ਹੀ ਭੁੱਲ ਗਏ ਆ, ਰੱਬ ਨੂੰ ਭੁੱਲ ਗਏ ਆ। ਆਹ ਜਿਹੜਾ ਦੌਰ ਆ ਨਾ, ਇਹ ਮਨੁੱਖਤਾ ਔਰ ਰੱਬ ਦੋਨਾਂ ਨੂੰ ਯਾਦ ਕਰਨ ਵਾਲਾ ਆ। ਜੇ ਆਪਾਂ ਮਨੁੱਖਤਾ ਦੀ ਸੇਵਾ ਕਰਦੇ ਆ ਤਾਂ ਵਾਕਈ ਰੱਬ ਦੀ ਸੇਵਾ ਕਰਦੇ ਆ, ਰੱਬ ਨੂੰ ਯਾਦ ਕਰਦੇ ਆ। ਤੇ ਜੇ ਆਪਾਂ ਇਹੋ ਜਿਹੇ ਕੰਮ ਕਰਦੇ ਆ ਤਾਂ ਫਿਰ ਉਹਦਾ ਕਿੱਥੇ ਭਲਾ ਹੋਊਗਾ, ਕੀ ਹੋਊਗਾ, ਉਹ ਰੱਬ ਹੀ ਜਾਣਦਾ। ਪਰ ਇਹਦੇ ਪ੍ਰਤੀ ਸਰਕਾਰਾਂ ਨੂੰ ਵੀ ਚਾਹੀਦਾ, ਜੇ ਜਮਾਖੋਰੀ ਤੁਹਾਨੂੰ ਲੱਗਦੀ ਆ ਤੇ ਇਹਦੇ ਲਈ ਨਿਯਮ ਬੇਸ਼ੱਕ ਸਖਤ ਬਣੇ ਹੋ ਆ, ਕਾਨੂੰਨ ਵੀ ਬਣੇ ਹੋ ਆ ਜਮਾਖੋਰੀ ਦੇ ਖਿਲਾਫ। ਆਪਾਂ ਆਏ ਦਿਨ ਦੇਖਦੇ ਹਾਂ 6 ਮਹੀਨਿਆਂ ਬਾਅਦ ਫਿਰ ਸੁਰਖੀਆਂ ਲੱਗਣ ਲੱਗ ਪੈਂਦੀਆਂ, ਜਮਾਖੋਰੀ ਵਾਲਿਆਂ ਨੂੰ ਫਾਂਸੀ ਦੇ ਦੇਵਾਂਗੇ, ਜਮਾਖੋਰੀ ਵਾਲਿਆਂ ਨੂੰ ਜੇਲ੍ਹ ਡੱਕ ਦੇਵਾਂਗੇ, ਪਰ ਡਰਦਾ ਕੋਈ ਨਹੀਂ ਡਰਦਾ। ਜਦੋਂ ਇਹੋ ਜਿਹਾ ਸਮਾਂ ਆਉਂਦਾ ਫਿਰ ਉਹੀ ਗੱਲ ਮੁੜ ਕੇ ਆ ਜਾਂਦੀ ਆ। ਪ੍ਰਧਾਨ ਮੰਤਰੀ ਹੋਰਾਂ ਨੇ ਜੇ ਸਟੇਟਾਂ ਨੂੰ ਕਿਹਾ ਵੀ ਇਹਦੇ ਪ੍ਰਤੀ ਸਖਤੀ ਵਰਤੀ ਜਾਵੇ ਤੇ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਥੋੜੀ ਜਿਹੀ ਰਾਹਤ ਮਿਲ ਜਾਏ, ਪਰ ਲੋਕ ਜਿਹੜੇ ਇਹਨਾਂ ਕੰਮਾਂ ਤੋਂ ਬਾਜ਼ ਨਹੀਂ ਆ ਰਹੇ। ਗੱਲ ਕਰੀਏ ਟੀਕਾਕਰਨ ਦੀ, ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਟੀਕਾਕਰਨ ਮੁਹਿੰਮ ਦੀ ਗਤੀ ਵਧਾਓ। ਇਹ ਗਤੀ ਵੱਧ ਰਹੀ ਹੈ ਕਿ ਪਹਿਲਾਂ ਨਾਲੋਂ ਸਲੋ ਹੋ ਗਈ ਹੈ? ਨਹੀਂ, ਇਹਦੇ ਵਿੱਚ ਕਾਫੀ ਹੱਦ ਤੱਕ ਕਮੀ ਆ ਗਈ ਆ, ਕਿਉਂਕਿ ਜੋ ਅੰਕੜਾ ਦੱਸ ਰਿਹਾ ਨਾ, ਸਿਰਫ 18 ਲੱਖ ਇੱਕ ਦਿਨ ਦਾ ਟੀਕਾਕਰਨ ਹੋਣ ਲੱਗ ਪਿਆ, ਜੋ ਕਿ 44-45 ਲੱਖ ਸੀਗਾ। ਇਹ ਕਮੀ ਕਿਉਂ ਆਈ ਹੈ? ਇਹ ਸਰਕਾਰਾਂ ਨੂੰ ਵੀ ਦੱਸਣਾ ਚਾਹੀਦਾ ਵੀ ਸਾਡੀ ਪ੍ਰੋਡਕਸ਼ਨ ਘੱਟ ਆ, ਜਾਂ ਟੀਕਾ ਪਹੁੰਚ ਨਹੀਂ ਰਿਹਾ, ਜਾਂ 4 ਸਟੇਟ ਜਿਹੜੇ ਕਾਂਗਰਸ ਪੱਖੀ ਆ ਉਹ ਕਹਿੰਦੇ ਸਾਡੇ ਨਾਲ ਪੱਖਪਾਤੀ ਰਵੱਈਆ ਅਪਣਾ ਰਹੇ ਆ, ਸਾਡੇ ਵੱਲ ਨੂੰ ਇਹ ਰੋਕ ਭੇਜ ਨਹੀਂ ਰਹੇ ਟੀਕਿਆਂ ਦੀ ਜਿਹੜੀ ਖੇਪ ਆ, ਹੋਰਨਾਂ ਸਟੇਟਾਂ ਤੋਂ ਵੱਧ ਜਾ ਰਹੀ ਆ। ਤੇ ਇਸ ਦੌਰਾਨ ਜਦੋਂ ਇਹਨਾਂ ਨੇ ਪਹਿਲੀ ਤੋਂ 18+ ਵਾਲਿਆਂ ਨੂੰ ਸ਼ੁਰੂ ਕਰਨੀ ਮੁਹਿੰਮ, ਉਹਦੇ ਵਿੱਚ ਤਾਂ ਉਹਨਾਂ ਨੇ ਆਪਣੇ ਆਪ ਹੀ ਅਸਮਰਥਾ ਪ੍ਰਗਟਾਤੀ ਵੀ ਸਾਡੇ ਕੋਲ ਟੀਕਿਆਂ ਦੀ ਖੇਪ ਆਊਗੀ ਤਾਂ ਪਹਿਲੀ ਤੋਂ ਸ਼ੁਰੂ ਕਰਾਂਗੇ। ਤੇ ਉਧਰ ਜਿਹੜੀਆਂ ਕੰਪਨੀਆਂ ਆ, ਸੀਰਮ ਹੋਈ, ਬਾਇਓਟੈਕ ਹੋਈ, ਉਹ ਕਹਿੰਦੀਆਂ ਸਾਡੇ ਤਾਂ ਇੰਨੇ ਤੇ ਜਵਾਰਾ ਨਹੀਂ ਖਾਂਦਾ,
ਜਿੰਨੀ ਕੀਮਤ ਨਿਰਧਾਰਿਤ ਕੀਤੀ ਆ ਉਹਦੇ ਚ ਆਧਾਰ ਪੂਨਾ ਵਾਲਾ ਜਿਹੜਾ ਸੀਰਮ ਇੰਸਟੀਚਿਊਟ ਦਾ ਉਹ ਕਹਿੰਦਾ ਮੈਨੂੰ ਨਹੀਂ ਇਹਦੇ ਚ ਵਾਰਾ ਖਾਂਦਾ ਜੀ। ਇਹ ਸਰਕਾਰ ਨੂੰ ਦੇਖਣਾ ਚਾਹੀਦਾ ਨਾ ਵੀ ਇੰਸਟੀਚਿਊਟ ਤੁਹਾਡੇ ਅੰਡਰ ਹੈ, ਤੁਸੀਂ ਉਹਨਾਂ ਨੂੰ ਕੰਮ ਲਾਇਆ ਸੀਗਾ ਜੀ। ਇਹਦੇ ਚ ਕੋਈ ਸ਼ੱਕ ਨਹੀਂ, ਉਹਦੇ ਚ ਬਹੁਤ ਵੱਡੀ ਪੱਧਰ ਤੇ ਰॉ ਮਟੀਰੀਅਲ ਲੱਗਾ ਆ, ਕੰਮ ਲੱਗਾ ਆ, ਪੈਸਾ ਬਹੁਤ ਆਇਆ, ਇਨਪੁਟ ਬਹੁਤ ਪਈ ਆ, ਪਰ ਉਹਦੇ ਪ੍ਰਤੀ ਸਰਕਾਰ ਨੂੰ ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਸੀਗਾ ਵੀ ਕੋਈ ਗੱਲ ਨਹੀਂ, ਜਿੰਨੀ ਤੁਹਾਡੀ ਇਨਪੁਟ ਆਉਂਦੀ ਆ ਅਸੀਂ ਬੈਠੇ ਆ, ਤੁਸੀਂ ਨਹੀਂ ਲੈਣਾ। ਪਰ ਜਦੋਂ ਹੁਣ ਕੋਵੈਕਸਿਨ ਦੀ ਗੱਲ ਆਈ ਆ ਉਹਨਾਂ ਨੇ ਵੀ ਨਿਰਧਾਰਿਤ ਕਰਤੀਆਂ ਕੀਮਤਾਂ ਤੇ ਉਹ ਵੀ 3 ਜੇ ਸੈਂਟਰ ਨੂੰ ਦੇਣੀ ਤੇ 150 ਰੁਪਏ ਨੂੰ, ਜੇ ਸਟੇਟ ਸਰਕਾਰ ਨੂੰ ਦੇਣੀ ਤੇ 600 ਰੁਪਏ ਨੂੰ, ਤੇ ਜੇ ਕੋਈ ਨਿੱਜੀ ਮੰਗਵਾਉਂਦਾ ਤਾਂ 1200 ਨੂੰ। ਤੇ ਹੱਦ ਹੋ ਗਈ, ਇੱਕ ਦੇਸ਼ ਆ, ਇੱਕ ਟੀਕਾ ਆ, ਲੱਗਣਾ ਵੀ ਇੱਕ ਬਿਮਾਰੀ ਨੂੰ ਆ, ਤੇ ਉਹਦੀਆਂ ਕੀਮਤਾਂ 3 ਕਿਉਂ? ਇਹਦੇ ਵਿੱਚ ਸਰਕਾਰ ਸਿੱਧੀ ਤੌਰ ਤੇ ਉਹਨਾਂ ਨੂੰ ਦਬਕਾ ਕਿਉਂ ਨਹੀਂ ਮਾਰਦੀ? ਤੁਹਾਡਾ ਕੰਮ ਟੀਕਾ ਦੇਣਾ, ਪੈਸੇ ਅਸੀਂ ਦੇਣੇ ਆ, ਵਾਹ ਤਾਂ ਤੁਸੀਂ ਬਹੁਤ ਖੱਟ ਰਹੇ ਆ ਵੀ ਫ੍ਰੀ ਲਾਵਾਂਗੇ। ਦੇਖੋ 11-12 ਸਟੇਟਾਂ ਨੇ ਕਹਿ ਦਿੱਤਾ ਵੀ ਅਸੀਂ ਜਿਹੜੀ 18+ ਨੂੰ ਲੱਗਣੀ ਪਹਿਲੀ ਤੋਂ ਉਹ ਟੋਟਲੀ ਫ੍ਰੀ ਆਫ ਕਾਸਟ ਦਵਾਂਗੇ। ਤੇ ਇਹੋ ਜਿਹੇ ਦਮਗੱਜਾਂ ਦੇ ਵਿੱਚ ਜਦੋਂ ਆ ਕੀਮਤਾਂ ਆਉਂਦੀਆਂ ਤੇ ਉਹਨੂੰ ਤੁਸੀਂ ਦਬਣਾ, ਤੁਸੀਂ ਕਹਿਣਾ ਉਹਨਾਂ ਨੂੰ ਸਰਕਾਰ ਦੇ ਹੱਥ ਆ ਉਸ ਕੰਪਨੀ ਨੂੰ ਦਬਕਾ ਮਾਰਨਾ ਵੀ ਭਾਈ ਤੇਰਾ ਕੰਮ ਟੀਕੇ ਦੀ ਸਪਲਾਈ ਕਰਕੇ ਪ੍ਰੋਡਕਸ਼ਨ ਕਰਕੇ ਭੇਜਣਾ। ਪੈਸੇ ਕਿੰਨੇ ਆ ਉਹ ਸਾਨੂੰ ਪਤਾ, ਅਸੀਂ ਦੇਣੇ ਆ। ਸੈਂਟਰ ਸਟੇਟ ਤੋਂ ਲਵੇ ਨਾ ਲਵੇ, ਲੋਕਾਂ ਤੋਂ ਲਵੇ ਨਾ ਲਵੇ, ਉਹ ਸਰਕਾਰ ਦਾ ਕੰਮ ਆ। ਇਸ ਦੌਰਾਨ ਜਦੋਂ ਇਹੋ ਜਿਹੀ ਕੀਮਤਾਂ ਦੀ ਗੱਲ ਆਉਂਦੀ ਆ ਤਾਂ ਵੀ ਲੋਕਾਂ ਦੇ ਮਨ 'ਚ ਆਉਂਦਾ ਵੀ ਯਾਰ ਇੰਨਾ ਮਹਿੰਗਾ ਫੇਰ ਕਰਨ ਲੱਗ ਪਏ ਆ, ਜਿੱਥੇ ਫ੍ਰੀ ਦੀ ਗੱਲ ਕਰਦੇ ਸੀਗੇ। ਤੇ ਇਹਨਾਂ ਦਾ ਫਿਰ ਵਾਅਦਾ ਜਿਹੜਾ ਬਿਹਾਰ ਚੋਣਾਂ 'ਚ ਸੀਗਾ ਵੀ ਅਸੀਂ ਫ੍ਰੀ ਆਫ ਕਾਸਟ ਵੈਕਸੀਨ ਲਾਵਾਂਗੇ, ਉਹ ਵਾਅਦਾ ਫਿਰ ਵਫਾ ਹੁੰਦਾ ਦਿਖਦਾ ਨਹੀਂ ਹੈਗਾ। ਖੈਰ ਉਹ ਵੀ ਸਿਆਸੀ ਪੱਖੋਂ ਕੀ ਕਰੀਏ, ਵਾਰ-ਵਾਰ ਇਹਦੇ ਵਿੱਚ ਸਿਆਸਤ ਘੁੰਮ ਜਾਂਦੀ ਆ, ਕਿਉਂਕਿ ਇਹ ਸਿਆਸੀ ਆਗੂ ਸਿਆਸਤ ਦੁਆਲੇ ਹੀ ਘੁੰਮਦੇ ਆ। ਜੇ ਇਹੋ ਜਿਹੇ ਟੀਕੇ ਦੀ ਮੁਹਿੰਮ ਇਹਨਾਂ ਨੂੰ ਤੇਜ਼ ਕਰਨੀ ਪਊਗੀ, ਇਹਦੇ ਨਾਲ ਜਿਹੜੀ ਆ ਮੋਰਟੈਲਿਟੀ ਰੇਟ, ਜਿਹੜੀ ਮੌਤ ਦਰ ਆ, ਉਹ ਜ਼ਰੂਰ ਘਟਦੀ ਆ ਟੀਕਿਆਂ ਦੇ ਨਾਲ। ਜੇ ਇਹਦੇ ਪ੍ਰਤੀ ਹੋਰ ਮੁਹਿੰਮ ਤੇਜ਼ ਕਰਨ ਦੀ ਲੋੜ ਆ ਸਰਕਾਰਾਂ ਨੂੰ। ਜੇ ਪ੍ਰੋਡਕਸ਼ਨ ਘੱਟ ਆ ਤੇ ਇਹਨੂੰ ਹੋਰ ਵਧਾਓ, ਜੇ ਆਪਣੇ ਟੀਕੇ ਘੱਟ ਪੈਂਦੇ ਆ ਤਾਂ ਬਾਹਰਲੇ ਟੀਕਿਆਂ ਨੂੰ ਫਟਾਫਟ ਇਹਦੀ ਮਨਜ਼ੂਰੀ ਦਿਓ। ਫਾਈਜ਼ਰ ਬਹੁਤ ਵਧੀਆ ਕੰਮ ਕਰ ਰਹੀ, ਮੋਡਰਨਾ ਬਹੁਤ ਵਧੀਆ ਕੰਮ ਕਰ ਰਹੀ, ਹੁਣ ਤਾਂ ਜੌਨਸਨ ਨੂੰ ਵੀ ਅਮਰੀਕਾ ਨੇ ਪ੍ਰਵਾਨਗੀ ਦੁਆਰਾ ਦੇਤੀ ਆ ਵੀ ਬਲੱਡ ਕਲੌਟ ਬਣਨ ਲੱਗ ਪਏ ਸੀਗੇ। ਉਸ ਤੋਂ ਬਾਅਦ ਆਕਸਫੋਰਡ ਨੇ ਐਲਾਨ ਕਰਤਾ ਵੀ ਜਿਹੜਾ ਨਵਾਂ ਵੇਰੀਐਂਟ ਆ ਉਹਦੇ ਲਈ ਵੀ ਅਸਰਦਾਰ ਟੀਕਾ ਸਤੰਬਰ ਤੱਕ ਆਉਣ ਵਾਲਾ ਆ। ਤੇ ਆਪਣੇ 'ਚ ਕੀ ਹਰਜ ਆ ਜੇ ਆਪਾਂ ਬਾਹਰਲੇ ਦੇਸ਼ਾਂ ਦਾ ਕੋਈ ਟੀਕਾ, ਕਿਉਂ ਹੋਰ ਦਵਾਈਆਂ ਆਪਾਂ ਬਾਹਰਲੇ ਦੇਸ਼ਾਂ ਦੀ ਵਰਤਦੇ ਨਹੀਂ? ਇੰਨੀਆਂ ਚੀਜ਼ਾਂ ਹੋਰ ਬਾਹਰਲੇ ਦੇਸ਼ਾਂ ਦੀ ਵਰਤਦੇ ਆ, ਤੇ ਜੇ ਆਪਾਂ ਮਨੁੱਖੀ ਜਾਨਾਂ ਬਚਾਉਣ ਲਈ ਬਾਹਰਲੇ ਦੇਸ਼ਾਂ ਦੀਆਂ ਟੀਕਾ ਨੂੰ ਮਨਜ਼ੂਰੀ ਦੇ ਦਾਂਗੇ ਫਟਾਫਟ, ਤੇ ਕੀ ਹਰਜ ਹੋਊਗਾ? ਉਹਦੇ 'ਚ ਕੀ ਗਲਤੀ ਕੀ ਹੋ ਜਾਊਗੀ? ਇਹਦੇ ਪ੍ਰਤੀ ਸਰਕਾਰ ਨੂੰ ਫਟਾਫਟ ਸੋਚਣਾ ਪਊਗਾ, ਕਿਉਂਕਿ ਡਾਕਟਰਾਂ ਦਾ ਹੁਣ ਇਹ ਮੰਨਣਾ ਆ ਵੀ ਇਸ ਲਹਿਰ ਨੂੰ ਜੇ ਰੋਕਣਾ ਤੇ ਕੇਵਲ ਵੈਕਸੀਨੇਸ਼ਨ ਡਰਾਈਵ ਹੀ ਰੋਕ ਸਕਦੀ ਆ। ਤੇ ਜਦੋਂ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ 16 ਜਨਵਰੀ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਅੰਕੜੇ ਦੱਸਦੇ ਆ, ਉਹ ਪੂਰੀ ਆਬਾਦੀ ਦਾ ਕੇਵਲ ਸਿਰਫ ਓਨਲੀ 10% ਹੀ ਟੀਕਾਕਰਨ ਹੋਇਆ। ਹੈਰਾਨ ਕਰਦੀ ਗੱਲ, ਬਹੁਤ ਵੱਡੀ ਹੈਰਾਨੀ ਦੀ ਗੱਲ ਆ ਵੀ ਇੰਨੀ ਦੇਰ 'ਚ ਸਿਰਫ 10% ਆਬਾਦੀ ਨੂੰ ਹੀ ਟੀਕਾ ਲੱਗ ਸਕਿਆ, ਜਦ ਕਿ ਇਸ ਲਹਿਰ ਨੂੰ ਹਰਾਉਣ ਲਈ ਏਮਸ ਦੇ ਡਾਕਟਰ ਔਰ ਵੱਡੇ ਡਾਕਟਰ ਜਿਹੜੇ ਕਹਿੰਦੇ ਆ ਉਹ 70% ਟੀਕਾਕਰਨ ਪੂਰਾ ਹੋਊਗਾ ਤਾਂ ਜਾ ਕੇ ਇਹਨੂੰ ਆਪਾਂ ਰੋਕ ਸਕਦੇ, ਇਸ ਲਹਿਰ ਨੂੰ ਠੱਲ ਪਾ ਸਕਾਂਗੇ। ਤੇ 70% ਕਿੱਦਾਂ ਹੋਣਾ, ਇਹ ਸਰਕਾਰਾਂ ਨੂੰ ਸੋਚਣਾ ਪਊਗਾ। ਠੀਕ ਹੈ, ਆਕਸੀਜਨ ਆਪਣੀ ਥਾਂ ਤੇ ਆ, ਵੈਂਟੀਲੇਟਰ ਆਪਣੀ ਥਾਂ ਤੇ ਆ, ਪਰ ਜਿਹੜਾ ਬੰਦੇ ਜਿਹੜੇ ਬਚ ਗਏ ਆ ਇਸ ਲਾਗ ਤੋਂ, ਜਿਹੜੇ ਬਚੇ ਆ ਉਹਨਾਂ ਨੂੰ ਤਾਂ ਟੀਕੇ ਨਾਲ ਬਚਾਓ। ਤੁਹਾਨੂੰ ਪਤਾ ਵੀ ਡੋਜ਼ 2 ਕਾਮਯਾਬ ਆ, ਤੇ ਹਜੇ ਤੱਕ ਸਿਰਫ 11-12 ਕਰੋੜ ਨੂੰ ਟੀਕੇ ਲੱਗੇ, ਉਹ ਵੀ ਇੱਕ ਡੋਜ਼। ਜਿਹੜੀ ਸੈਕੰਡ ਡੋਜ਼ ਲੱਗੀ ਆ ਉਹ ਗਿਣਤੀ ਤਾਂ ਬਹੁਤ ਘੱਟ ਆ, ਓਨਲੀ 2 ਕਰੋੜ। ਤੇ 2 ਕਰੋੜ ਤੇ 11 ਕਰੋੜ ਦੇ ਵਿੱਚ ਫਰਕ ਪਹਿਲਾਂ 9 ਕਰੋੜ ਦਾ ਆ। ਕਦੋਂ ਉਹਨਾਂ ਨੂੰ ਦੂਜੀ ਡੋਜ਼ ਲੱਗਣੀ ਆ, ਤੇ ਕਦੋਂ ਤੁਸੀਂ ਅਗਲਾ 18+ ਜਿਹੜਾ ਸ਼ੁਰੂ ਕਰਨਾ ਆ? ਇਧਰਲੇ ਪਾਸੇ ਨੂੰ ਧਿਆਨ ਸਰਕਾਰ ਨੂੰ ਦੇਣਾ ਚਾਹੀਦਾ ਆ। ਜੋ ਮਾਹਰਾਂ ਦਾ ਕਹਿਣਾ ਆ ਵੀ ਜਿੰਨਾ ਚਿਰ 70% ਨਹੀਂ ਨਾ ਟੀਕਾਕਰਨ ਹੁੰਦਾ, ਅਸੀਂ ਇਸ ਲਹਿਰ ਨੂੰ ਠੱਲ ਨਹੀਂ ਪਾ ਸਕਦੇ। ਤੇ ਇਸ ਲਹਿਰ ਨੂੰ ਠੱਲ ਪਾਉਣ ਲਈ ਜਿਵੇਂ ਦੱਸਿਆ, ਸਟੇਟਾਂ ਨੂੰ ਆਰਡਰ ਦਿੱਤੇ ਆ ਤੁਸੀਂ ਨਿੱਜੀ ਕੇਂਦਰ ਵੈਕਸੀਨੇਸ਼ਨ ਦੇ ਵੱਧ ਤੋਂ ਵੱਧ ਖੋਲੋ। ਤੇ ਇਸ ਪੱਖੋਂ ਸਾਰੇ ਸਟੇਟਾਂ ਨੂੰ, ਸਰਕਾਰ ਨੂੰ, ਜਾਂ ਜਿਹੜੇ ਜ਼ਿਲ੍ਹਾ ਲੈਵਲ ਤੇ ਜੋ ਵੀ ਹੈਗੇ ਆ ਇਹਦਾ ਪ੍ਰਬੰਧ ਕਰਨੇ ਆ, ਵੱਧ ਤੋਂ ਵੱਧ ਵੱਡੀ ਪੱਧਰ ਤੇ ਕਰਨੇ ਪੈਣਗੇ, ਤਾਂ ਹੀ ਇਹਨੂੰ ਆਪਾਂ ਜਲਦੀ ਤੋਂ ਜਲਦੀ ਇਹਦੇ 'ਚ ਰਾਹਤ ਪਾ ਸਕਾਂਗੇ। ਤੇ ਅਵਤਾਰ ਜੀ, ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਨਾਲ ਜੁੜਨ ਲਈ ਨਵੇਂ ਮੁੱਦੇ ਤੇ ਨਵੇਂ ਵਿਚਾਰਾਂ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਚਾਹਾਂਗੇ।